ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੋਗੀ ਵੱਡੇ ਦਿਗੰਬਰ ਆਏ, ਖਟ ਦਰਸ਼ਨ ਕੇ ਨਰ ਸਮੁਦਾਏ। ਪ੍ਰਸ਼ਨੋਤਰ ਕਰ ਅਨਕ ਪ੍ਰਕਾਰਾ, ਆਪ ਆਪਣੇ ਮਤ ਅਨੁਸਾਰਾ। ਜੋਗੀ ਵੱਡੇ ਦਿਗੰਬਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਤੀਰਥਾਂ ਦੀ ਯਾਤਰਾ ਤੇ ਮੇਰੇ ਗੁਰੂ ਪਾਤਸ਼ਾਹ ਜੀ ਚੱਲੇ ਹਨ। ਗੁਰੂ ਨਾਨਕ ਮਹਾਰਾਜ ਨੇ ਤੀਰਥਾਂ ਤੇ ਯਾਤਰਾ ਕਰਕੇ ਤੀਰਥਾਂ ਨੂੰ ਚਰਨ ਛੋਹ ਬਖਸ਼ ਕਰਕੇ ਪਵਿੱਤਰਤਾ ਬਖਸ਼ੀ। ਔਰ ਤੀਰਥਾਂ ਤੇ ਜੋ ਸ਼ਰਧਾਲੂ ਲੋਕ ਜੁੜੇ ਹੁੰਦੇ, ਉਹਨਾਂ ਨੂੰ ਸੱਚ ਧਰਮ ਦਾ ਮਾਰਗ, ਪਰਮੇਸ਼ਵਰ ਦਾ ਸਿਮਰਨ, ਪਰਮੇਸ਼ਵਰ ਜੀ ਦੀ ਸਰਬ ਵਿਆਪਕਤਾ ਦਾ ਉਪਦੇਸ਼ ਸੰਦੇਸ਼ ਦੇ ਕਰਕੇ ਕਲਯੁਗ ਦੇ ਸਮੇਂ ਵਿੱਚ ਜੀਵਾਂ ਨੂੰ ਕਲਿਆਣ ਵਾਸਤੇ ਜੋ ਮੇਰੇ ਸਤਿਗੁਰਾਂ ਨੇ ਭਾਉ ਭਗਤੀ ਦਾ ਸਿੱਧਾ ਮਾਰਗ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਵਾਇਆ। ਮੇਰੇ ਸਤਿਗੁਰੂ ਜੀ ਬਾਅਦ ਵਿੱਚ ਕਰਤਾਰਪੁਰ ਸਾਹਿਬ ਟਿਕੇ ਹਨ, ਉੱਥੋਂ ਸੱਚਖੰਡ ਗਮਨ ਕੀਤਾ ਹੈ। ਦੂਜੇ ਪਾਤਸ਼ਾਹ ਜੀ ਸ੍ਰੀ ਖਡੂਰ ਸਾਹਿਬ ਜੀ ਵਿਖੇ ਸ਼ੋਭਨੀਕ ਹੋ ਕਰਕੇ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਦੀ ਸੰਭਾਲ ਕੀਤੀ ਹੈ ਤੇ ਹੋਰ ਗੁਰਸਿੱਖੀ ਦਾ ਪ੍ਰਚਾਰ ਕਰਕੇ ਨਵੀਆਂ ਸੰਗਤਾਂ ਸਿੱਖ ਧਰਮ ਦੇ ਵਿੱਚ ਮਹਾਰਾਜ ਨੇ ਜੋੜੀਆਂ ਹਨ। ਹੁਣ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਮਹਾਰਾਜ
ਗੁਰੂ ਨਾਨਕ ਜੋਤ ਨੇ ਤੀਜੇ ਸਰੂਪ ਦੇ ਵਿੱਚ ਫਿਰ ਉਦਮ ਕੀਤਾ ਹੈ ਤੀਰਥਾਂ ਤੇ ਯਾਤਰਾ ਕਰਨ ਦਾ, ਕਿਉਂਕਿ ਇੱਕ ਤਾਂ ਤੀਰਥਾਂ ਦੀ ਪਵਿੱਤਰਤਾ ਕਰਨੀ ਸੀ, ਦੂਸਰਾ ਤੀਰਥਾਂ ਤੇ ਲਾਇਆ ਹੋਇਆ ਜਿਹੜਾ ਉਸ ਵੇਲੇ ਦੀ ਹਕੂਮਤ ਵੱਲੋਂ ਸੋ ਜਜੀਆ ਸੀ ਉਹਨੂੰ ਹਟਾਉਣਾ ਸੀ। ਇਸ ਵਾਸਤੇ ਭਾਵ ਕਿ ਤੀਰਥਾਂ ਨੂੰ ਆਜ਼ਾਦ ਵੀ ਕਰਨਾ ਸੀ ਜਜੀਆ ਟੈਕਸ ਤੋਂ, ਤਾਂ ਕਿ ਸ਼ਰਧਾਲੂ ਲੋਕ ਸੋ ਪ੍ਰੇਮ ਦੇ ਸਹਿਤ ਜਾ ਕਰਕੇ ਦਰਸ਼ਨ ਕਰ ਸਕਣ, ਤੇ ਨਾਲ ਦੇ ਨਾਲ ਜੋ ਸਿੱਖ ਸੰਗਤਾਂ ਜਾਂ ਹੋਰ ਪ੍ਰੇਮੀ ਸੰਗਤਾਂ ਸੰਤ ਮਹਾਤਮਾ ਲੋਕ ਤੀਰਥਾਂ ਤੇ ਇਕੱਤਰ ਹੁੰਦੇ, ਗੁਰੂ ਦਾ ਦਰਸ਼ਨ ਕਰਦੇ, ਪਰਮੇਸ਼ਵਰ ਦੀ ਪ੍ਰਾਪਤੀ ਦੇ ਮਾਰਗ ਦੀਆਂ ਵਿਚਾਰਾਂ ਕਰਦੇ, ਤੇ ਮੇਰੇ ਸਤਿਗੁਰੂ ਜੀ ਉਹਨਾਂ ਨੂੰ ਸ਼ੁਭ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ। ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਦਮ ਕੀਤਾ ਹੈ ਕਿ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਾਹਰਨ ਅਰਥਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਲੋਕਾਂ ਦੇ ਉਦਾਹਰਨ ਲਈ ਤੀਰਥਾਂ ਦੀ ਪਵਿੱਤਰਤਾ ਲਈ ਬਖਸ਼ਿਸ਼ ਕੀਤੀ ਹੈ। ਤੇ ਆਪ ਜੀ ਤੋ ਇਸ ਪ੍ਰਕਾਰ ਸੋ ਕਿਰਪਾ ਕਰਕੇ ਸੋ ਪਹੇਵਾ ਸਾਹਿਬ ਦੇ ਸਥਾਨ ਤੇ ਕੁਛ ਟਿਕਾ ਕੀਤਾ ਹੈ। ਜਮਨਾ ਦੇ ਕਿਨਾਰੇ ਦੇ ਉੱਤੇ ਜਾ ਕੇ ਮਹਾਰਾਜ ਨੇ ਚਰਨ ਪਾਏ ਹਨ। ਇਸੇ ਤਰੀਕੇ ਦੇ ਨਾਲ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕੀਤੀ, ਕੁਰੂਕਸ਼ੇਤਰ ਆਦਿਕ ਦਾ ਸਥਾਨ ਜਿਹੜਾ ਹੈ ਉੱਥੇ ਚਰਨ ਪਾ ਕਰਕੇ ਜੋ ਲੋਕਾਂ ਦੀ ਉੱਥੇ ਸ਼ਰਧਾ ਜੁੜੀ ਹੋਈ ਸੀ, ਉਹਨਾਂ ਲੋਕਾਂ ਨੂੰ ਮੇਰੇ ਸਤਿਗੁਰੂ ਜੀ ਨੇ ਵਾਹਿਗੁਰੂ ਪਰਮੇਸ਼ਵਰ ਦਾ ਗਿਆਨ ਬਖਸ਼ਿਸ਼ ਕੀਤਾ। ਤੇ ਹੋਰ ਜਿਹੜੇ ਇਸ ਪ੍ਰਕਾਰ ਧਾਰਮਿਕ ਲੋਕ ਸਨ ਉਹਨਾਂ ਨਾਲ ਵੀ ਮੇਰੇ ਸਤਿਗੁਰੂ ਦੀਆਂ ਵਿਚਾਰਾਂ ਹੋਈਆਂ। ਫਿਰ ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਸੋ ਕਨਖਲ ਜੋ ਹਰਿਦੁਆਰ ਅਸਥਾਨ ਗੰਗਾ ਦਾ ਕਿਨਾਰਾ, ਮੇਰੇ ਸਤਿਗੁਰੂ ਜੀ ਉੱਥੇ ਗਏ ਨੇ, ਚੰਨ ਪਾਏ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਤੋ ਮੇਰੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਉਹ ਜਿਸ ਵੇਲੇ ਹਜ਼ੂਰ ਦਾ ਆਗਮਨ ਸੁਣਿਆ, ਤਾਂ ਕਿਉਂਕਿ ਮੇਰੇ ਸਤਿਗੁਰੂ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਨੇ ਪਹਿਲੇ ਵੀ ਤਕਰੀਬਨ 20 ਵਾਰ ਪੈਦਲ ਯਾਤਰਾ ਕੀਤੀ ਸੀ ਗੰਗਾ ਦੀ। ਤੋ ਇਸ ਤਰੀਕੇ ਨਾਲ ਕੋਈ ਗੰਗਾ ਯਾਤਰੂ, ਕੁਛ ਹੋਰ ਜਿਹੜੇ ਉੱਥੇ ਦੇ ਲੋਕ ਧਰਮੀ ਲੋਕ ਸਨ, ਸਾਧੂ ਮਹਾਤਮਾ ਲੋਕ ਸਨ, ਮੇਰੇ ਸਤਿਗੁਰੂ ਦੇ ਜਾਣੂ ਵੀ ਸਨ, ਗੁਰੂ ਦਾ ਜਸ ਵੀ ਸੁਣਿਆ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਗੰਗਾ ਦੇ ਕਿਨਾਰੇ ਇੱਕ ਪਿੱਪਲ ਦੇ ਦਰਖਤ ਦੀ ਛਾਂ ਦੇ ਵਿੱਚ ਬੈਠੇ ਹੋਏ, ਚਾਰ ਚੁਫੇਰੇ ਗੁਰੂ ਦੀਆਂ ਸੰਗਤਾਂ ਜੁੜੀਆਂ ਬੈਠੀਆਂ ਨੇ। ਜਦੋਂ ਮੇਰੇ ਸਤਿਗੁਰੂ ਜੀ ਦੇ ਹਜ਼ੂਰ ਇਸ ਤਰ੍ਹਾਂ ਦਾ ਪ੍ਰਭਾਵ ਛਾਇਆ ਤੇ ਪ੍ਰਤਾਪ ਨੂੰ ਤੱਕ ਕੇ ਹੁਣ ਜਿਹੜੇ ਸੋ ਵੱਖਰੇ ਵੱਖਰੇ ਭੇਖਾਂ ਦੇ ਧਰਮਾਂ ਦੇ ਲੋਕ ਗੰਗਾ ਦੇ ਕਿਨਾਰੇ ਰਹਿਣ ਵਾਲੇ ਨੇ, ਜਸ ਸੁਣ ਕੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਤੇ ਉਹ ਹਜ਼ੂਰ ਦੇ ਚਰਨਾਂ ਵਿੱਚ ਆਣ ਕੇ ਜਿਵੇਂ ਦਰਸ਼ਨ ਕਰਦੇ ਹਨ, ਵਿਚਾਰਾਂ ਕਰਦੇ ਹਨ। ਕਵੀ ਜੀ ਸੋ ਉਸ ਇਤਿਹਾਸ ਨੂੰ ਪ੍ਰੇਮ ਸਹਿਤ ਵਰਣਨ ਕਰ ਰਹੇ ਨੇ। ਤੋ ਪਿਆਰ ਪੂਰਵਕ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਇਹ ਪਰਉਪਕਾਰਾਂ ਨੂੰ ਯਾਦ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਜੋਗੀ ਵੱਡੇ ਦਿਗੰਬਰ ਆਏ, ਜੋ ਬੜੇ ਬੜੇ ਜੋਗੀ ਲੋਕ ਸਨ, ਯੋਗ ਸਾਧਨਾ ਕਰਨ ਵਾਲੇ, ਉਹ ਵੀ ਆਏ ਹਨ। ਅਤੇ ਦਿਗੰਬਰ ਜਿਹੜੇ ਕਹਿੰਦੇ ਅਸੀਂ ਦਸੋ ਦਿਸ਼ਾ ਦਾ ਹੀ ਵਸਤਰ ਪਹਿਰਦੇ ਹਾਂ, ਤੇ ਇਸ ਪ੍ਰਕਾਰ ਸੋ ਜੋ ਵਸਤਰ ਧਾਰਦੇ ਨਹੀਂ, ਇੱਕ ਉਹ ਭੇਖ ਹੈ ਹਿੰਦੂ ਧਰਮ ਵਿੱਚ, ਉਹ ਵੀ ਲੋਕ ਆਏ ਹਨ। ਖਾਟ ਦਰਸ਼ਨ ਕੇ ਨਰ ਸਮੁਦਾਏ, ਤੇ ਜਿਹੜੇ 6 ਦਰਸ਼ਨਾਂ ਦੇ ਲੋਕ ਨੇ ਬਹੁਤ ਸਾਰੇ। ਇਸ ਪ੍ਰਕਾਰ ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਦਰਵੇਸ਼, ਛੇਵਾਂ ਜਾਪਾਂ ਬੇਪਰਕਾ, ਜਾਮਾ ਮੀਨਾ ਮੇਖ, ਇਹ 6 ਜਿਹੜੇ ਨੇ ਇਸ ਪ੍ਰਕਾਰ ਗਿਣੇ ਜਾਂਦੇ ਹਨ। ਇਹ 6 ਭੇਖਾਂ ਦੇ ਲੋਕ ਵੀ ਆਏ ਹਨ। ਪ੍ਰਸ਼ਨੋਤਰ ਕਰ ਅਨੇਕ ਪ੍ਰਕਾਰ, ਅਨੇਕ ਪ੍ਰਕਾਰ ਦੇ ਗੁਰੂ ਸਾਹਿਬ ਨੇ ਸਵਾਲ ਜਵਾਬ ਕੀਤੇ ਹਨ ਇਹਨਾਂ ਨੇ। ਆਪ ਆਪਣੇ ਮਤ ਅਨੁਸਾਰ, ਆਪੋ ਆਪਣਾ ਜੋ ਮਤ ਸੀ, ਇਹਨਾਂ ਦਾ ਧਰਮ ਸੀ, ਭੇਖ ਸੀ, ਉਹਦੇ ਅਨੁਸਾਰ ਜੇਕਰ ਚਰਚਾ ਸਕਲ ਬਖਾਨੋ, ਤੋ ਇਹਨਾਂ ਨੇ ਆਪਣੇ ਧਰਮ ਦੇ ਵਿਚਾਰ ਗੁਰੂ ਸਾਹਿਬ ਨਾਲ ਕਰਕੇ ਕਈ ਪ੍ਰਕਾਰ ਦੀ ਚਰਚਾ ਵਿਚਾਰ ਕੀਤੀ ਤੇ ਨਿਰਣੇ ਕੀਤੇ ਹਨ। ਪਰਮੇਸ਼ਵਰ ਦੀ ਭਗਤੀ ਸੰਬੰਧੀ, ਸੋ ਯੋਗ ਸੰਬੰਧੀ, ਤੋ ਧਰਮ ਦੇ ਸੰਬੰਧੀ, ਧਰਮ ਗ੍ਰੰਥਾਂ ਦੇ ਸੰਬੰਧੀ ਜੋ ਧਾਰਮਿਕ ਵਿਦਿਆ ਸੀ, ਉਹਦੇ ਅਨੁਸਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਕੁਝ ਵਿਚਾਰਾਂ ਕੀਤੀਆਂ ਨੇ। ਕਿਉਂਕਿ ਜਿਹੜਾ ਗ੍ਰੰਥਾਂ ਵਿੱਚ ਕਥਨ ਹੈ, ਅੱਖਰਾਂ ਦੇ ਲਿਖਣ ਬੋਲਣ ਵਾਲਾ, ਉਹਦੇ ਵਿੱਚ ਹੂ ਬਹੂ ਕਥਨੀ ਜਿਹੜੀ ਹੈ ਨਾ, ਉੱਚ ਅਵਸਥਾ ਦੀ ਹੋ ਨਹੀਂ ਸਕਦੀ। ਤੇ ਜਿਨ੍ਹਾਂ ਨੂੰ ਉਹ ਉੱਚ ਅਵਸਥਾ ਪ੍ਰਾਪਤ ਹੈ,
ਫਿਰ ਜਿਹੜੇ ਇਸ ਪ੍ਰਕਾਰ ਇਹ ਵਿਦਿਆ ਪੜ੍ਹੇ ਲੋਕ ਵਿਦਿਆ ਦੇ ਮਾਣ ਵਿੱਚ ਵਿਦਾਂਤੀ ਆਦਿਕ ਹੋ ਜਾਂਦੇ ਨੇ ਵੇਦ ਪੜ੍ਹ ਕੇ ਕਿ ਬਸ ਜੀ ਜੀਵ ਐਸਾ ਹੈ, ਬ੍ਰਹਮ ਐਸਾ ਹੈ, ਜੀਵ ਈਸ਼ ਦੀ ਭੇਦਤਾ ਹੈ, ਭੇਦ ਕਿੰਨੀ ਪ੍ਰਕਾਰ ਦਾ ਹੈ, ਭਰਮ ਕਿੰਨੀ ਪ੍ਰਕਾਰ, ਭੈ ਕਿੰਨੀ ਪ੍ਰਕਾਰ, ਐਸੇ ਐਸੇ ਜੋ ਜਮਾ ਖਰਚ ਵਿੱਚ ਲੱਗੇ ਹੁੰਦੇ ਨੇ ਉਹ ਸਹੀ ਰੂਪ ਦੇ ਵਿੱਚ ਉਸ ਸੋ ਚੇਤਨ ਸਰੂਪ ਨੂੰ ਜੋ ਹੈ ਉਸ ਨੂੰ ਸਮਝ ਨਹੀਂ ਸਕਦੇ। ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ ਹੀ ਉਹਨਾਂ ਲੋਕਾਂ ਦੇ ਵਿਚਾਰ ਹੁੰਦੇ, ਗਿਆਨ ਹੁੰਦਾ ਹੈ। ਤੇ ਜਿੱਥੇ ਸੋ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਮਾਲਕ ਦੇ ਪਿਆਰੇ ਹੁੰਦੇ ਨੇ ਮੇਰੇ ਸਤਿਗੁਰੂ ਜੀ, ਤਾਂ ਫਿਰ ਜਦ ਉਹਨਾਂ ਦੇ ਨਾਲ ਆਣ ਕਰਕੇ ਕੋਈ ਉਹ ਵਿਚਾਰ ਰੱਖਦੇ ਹੈ ਤੇ ਸਵਾਲ ਕਰਨ ਤੋਂ ਹੀ ਜਿਗਿਆਸੂ ਦੀ ਅਵਸਥਾ ਦੀ ਸਮਝ ਆ ਜਾਂਦੀ ਹੈ ਵੀ ਕਿੰਨੀ ਕੁ ਸਮਝ ਰੱਖਦਾ ਹੈ ਜਾਂ ਕਿੰਨੀ ਕੁ ਤਪੱਸਿਆ ਦਾ, ਕਿੰਨੀ ਅਵਸਥਾ ਦਾ ਮਾਲਕ ਹੈ। ਤੇ ਸਤਿਗੁਰੂ ਜੀ ਅੰਤਰਜਾਮੀ ਹਨ। ਕੋਈ ਜੇ ਭਾਵੇਂ ਕੋਈ ਜੋਗੀ ਹੈ, ਭਾਵੇਂ ਕੋਈ ਇਸ ਪ੍ਰਕਾਰ ਸੋ ਦਿਗੰਬਰ ਹੈ, ਸੰਨਿਆਸੀ ਹੈ, ਜਿਹੜਾ ਵੀ ਆ ਕੇ ਗੁਰੂ ਸਾਹਿਬ ਨਾਲ ਸਵਾਲ ਕਰਦਾ, ਵਿਚਾਰ ਕਰਦਾ, ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਜਿੱਥੇ ਉਸ ਦੀ ਖਾਤਰ ਜਮਾ ਕਰਦੇ ਹਨ ਉੱਥੇ ਨਾਲ ਦੇ ਨਾਲ ਉਸ ਨੂੰ ਫਿਰ ਅੱਗੇ ਮਾਰਗ ਵੀ ਦਿਖਾਉਂਦੇ ਨੇ ਕਿ ਭਾਈ ਜਿੱਥੇ ਕਿ ਤੂੰ ਟਿਕਿਆ ਬੈਠਾ ਨਾ, ਮਾਰਗ ਇਸ ਤੋਂ ਅੱਗੇ ਹੈ ਤੇ ਉੱਥੇ ਕਿੱਥੇ ਕਿਵੇਂ ਜਾਣਾ ਹੈ ਉਹ ਵੀ ਮੇਰੇ ਸਤਿਗੁਰੂ ਜੀ ਗਿਆਨ ਬਖਸ਼ਦੇ ਹਨ। ਜੇਕਰ ਚਰਚਾ ਸਕਲ ਬਖਾਨੋ, ਤੇ ਕਵੀ ਜੀ ਕਹਿੰਦੇ ਜੇ ਹੁਣ ਉਹਨਾਂ ਦੀ, ਕਿਉਂਕਿ ਵਿਦਾਂਤੀ ਲੋਕ ਤੇ ਉਹਨਾਂ ਦੀ ਚਰਚਾ ਕਹਿੰਦੇ ਜੇ ਮੈਂ ਸਾਰੀ ਕਥਨ ਕਰਾਂ ਤਾਂ ਗ੍ਰੰਥ ਵਧੈ ਜਾਂ ਤੇ ਡਰ ਮਾਨੋ, ਇਸ ਵਾਸਤੇ ਕਹਿੰਦੇ ਮੈਂ ਡਰ ਮੰਨਦਾ ਕਿ ਗ੍ਰੰਥ ਬਹੁਤ ਵੱਡਾ ਹੋ ਜਾਏਗਾ। ਜਥਾ ਜੋਗ ਸਭ ਸੋ ਕਹਿ ਕਰ ਕੈ, ਜਿਵੇਂ ਜੋਗ ਸੀ ਸਭਨਾਂ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸੋ ਉਹਨਾਂ ਦੇ ਬਚਨ ਸੁਣ ਕੇ ਉਹਨਾਂ ਨੂੰ ਉੱਤਰ ਦੇ ਕੇ ਸੁਣਾ ਕਰਕੇ ਉਪਦੇਸ਼ ਦੇ ਕਰਕੇ ਸਤਿਗੁਰਾਂ ਨੇ ਭਏ ਪ੍ਰਸੰਨ ਤੋਖਤਾ ਧਰ ਕੇ, ਸਭ ਦੀ ਤਸੱਲੀ ਕਰਕੇ ਤਾਂ ਖੁਸ਼ ਹੋਏ ਹਨ। ਸਭ ਨੇ ਜਾਣੇ ਗਹਿਰ ਗੰਭੀਰ, ਸਭਨਾਂ ਨੇ ਤੱਕ ਲਿਆ ਕਿ ਭਾਈ ਗੁਰੂ ਨਾਨਕ ਦਾ ਹੀ ਰੂਪ ਨੇ ਬਹੁਤ ਡੂੰਘੇ ਹਨ, ਬੇਹਾਥ ਹਨ, ਤੋ ਮਹਾਰਾਜ ਦੇ ਗਿਆਨ ਦਾ ਕੋਈ ਅੰਤ ਨਹੀਂ ਹੈ। ਇਨ ਕੋ ਥਾਹ ਨ ਦੀਰਘ ਧੀਰ, ਵੱਡੇ ਧੀਰਜ ਧਾਰੇ, ਇਹਨਾਂ ਦਾ ਕੋਈ ਥਾ ਅੰਤ ਸਿਰਾ ਨਹੀਂ ਹੈ ਇਹਨਾਂ ਦੇ ਗਿਆਨ ਦਾ। ਤੋ ਇਉਂ ਸਮਰੱਥ ਜਾਣ ਕੇ ਸਤਿਗੁਰੂ ਜੀ ਨੂੰ ਕਰ ਕਰ ਨਮੋ ਬਿਦਾ ਹੋਏ ਗਏ, ਸਾਰਿਆਂ ਦੀ ਤਸੱਲੀ ਹੋਈ, ਸਤਿਗੁਰੂ ਨੂੰ ਨਮਸਕਾਰ ਕੀਤੀ ਹੈ ਤੇ ਗੁਰੂ ਸਾਹਿਬ ਤੋਂ ਵਿਦਾ ਹੋਏ ਹਨ। ਕਰਤ ਸੁਤੁਤ ਮਗ ਗਮਨਤ ਭਏ, ਹੁਣ ਜਿਸ ਵੇਲੇ ਇਹ ਵਾਪਸ ਗਏ ਨੇ ਤੇ ਸਤਿਗੁਰੂ ਅਮਰਦਾਸ ਮਹਾਰਾਜ ਦੀ ਉਸਤਤੀ ਕਰਦੇ ਗਏ ਨੇ। ਭਾਈ ਅਸੀਂ ਤੇ ਸੋਚਿਆ ਸੀ ਕਿ ਇਹ ਗੁਰੂ ਨਾਨਕ ਦਾ ਘਰ ਭੋਲਾ ਭਾਲਾ ਹੈ, ਪਰ ਭਾਵੇਂ ਇਹ ਵੇਦ ਤਾਂ ਨਹੀਂ ਪੜ੍ਹਦੇ, ਭਾਈ ਗਿਆਨ ਅਥਾਹ ਹੈ, ਵਾਹਿਗੁਰੂ ਪਰਮੇਸ਼ਵਰ ਦਾ ਅਪਰੋਕਸ਼ ਗਿਆਨ ਤਾਂ ਇਹਨਾਂ ਨੂੰ ਹਸਤਾਵਲਵਤ ਹੈ। ਪੁਨ ਸ੍ਰੀ ਗੁਰ ਸੁਰ ਸਰ ਆਰਾਧੀ, ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਜਮਨਾ ਨੂੰ ਯਾਦ ਕੀਤਾ ਹੈ। ਇਹ ਦੇਵੀ ਬੜ ਜਤਨਨ ਲਾਦੀ, ਇਸ ਪ੍ਰਕਾਰ ਸੋ ਇਹਦੇ ਸੰਬੰਧ ਵਿੱਚ ਜ਼ਿਕਰ ਆ ਵੀ ਬੜੇ ਯਤਨਾਂ ਦੇ ਨਾਲ ਗੰਗਾ ਲੱਭੀ ਸੀ। ਕੇਤਕ ਨਿਰਪ ਤਪ ਕਰ ਕਰ ਮਰੇ, ਕਿੰਨੇ ਕੁ ਰਾਜੇ ਤਪੱਸਿਆ ਕਰ ਕਰਕੇ ਮਰ ਗਏ ਜਦੋਂ। ਬਹੁਰ ਭਗੀਰਥ ਲਿਆਵਨ ਕਰੇ, ਫਿਰ ਸੋ ਉਹਨਾਂ ਰਾਜੇ ਮਹਾਰਾਜਿਆਂ ਦੇ ਉਧਾਰ ਵਾਸਤੇ ਜਾਹਰ ਨਵੀ ਤਪੈ ਭਗੀਰਥ ਆਨੀ, ਕੇਦਾਰ ਥਾਪਿਓ ਮਹਿਸਾਏ। ਕਹਿੰਦੇ ਇਹ ਜਿਹੜੀ ਗੰਗਾ ਫਿਰ ਭਗੀਰਥ ਤਪੇ ਨੇ ਲਿਆਂਦੀ ਸੀ ਮਾਤ ਲੋਕ ਦੇ ਵਿੱਚ, ਤੇ ਉਹਦਾ ਜ਼ਿਕਰ ਆ ਰਿਹਾ ਹੈ। ਸ਼ਿਵ ਨੇ ਧਾਰ ਸੀਸ ਪਰ ਧਾਰੀ, ਪਰ ਕਹਿੰਦੇ ਨੇ ਜਿਵੇਂ ਇਸ ਦੀ ਪੁਰਾਣਕ ਕਥਾ ਹੈ ਕਿ ਜਿਸ ਵੇਲੇ ਕਹਿੰਦੇ ਨੇ ਇਹ ਗੰਗਾ ਕਿੱਥੇ ਸੀ, ਸੋ ਇਹਦਾ ਇਸ ਤਰੀਕੇ ਨਾਲ ਵੇਰਵਾ ਮਿਲਦਾ ਹੈ। ਮਹਾਂਪੁਰਖ ਸਮਝਾਇਆ ਕਰਦੇ ਕਿ ਜਿਸ ਵੇਲੇ ਪਰਮੇਸ਼ਵਰ ਨੇ 52 ਰੂਪ ਧਾਰਨ ਕੀਤਾ ਸੋ ਬਲ ਰਾਜੇ ਨੂੰ ਛੱਡਣ ਵਾਸਤੇ, ਤਾਂ ਉਸ ਵੇਲੇ ਜਦੋਂ ਤਿੰਨੇ ਲੋਕ ਇਸ ਪ੍ਰਕਾਰ ਸੋ ਦੋ ਕਰਮਾਂ 'ਚ ਮਿਲ ਲਏ ਸਨ, ਤੇ ਕਹਿੰਦੇ ਅੱਧੀ ਕਰਮ ਹੋਰ ਰਹਿੰਦੀ ਆ ਭਾਈ, ਉਹ ਵੀ ਦੇ ਹੁਣ। ਤਾਂ ਧਰਤੀ ਤੇ ਲਟਾ ਕੇ ਲੱਕ ਤੇ ਪੈਰ ਰੱਖ ਕੇ ਪਤਾਲ 'ਚ ਧੱਸ ਦਿੱਤਾ ਸੀ। ਜਦੋਂ ਕਹਿੰਦੇ ਇਸ ਪ੍ਰਕਾਰ ਬ੍ਰਹਮ ਲੋਕ ਵਿੱਚ ਚਰਨ ਰੱਖਿਆ ਸੀ ਨਾ, ਸੋ ਇਸ ਪ੍ਰਕਾਰ ਸੋ ਉਹ ਬੈਰਾਟ ਰੂਪ ਧਾਰ ਕੇ 52 ਅਵਤਾਰ ਨੇ, ਤਾਂ ਉਸ ਵੇਲੇ ਬ੍ਰਹਮਾ ਜੀ ਨੇ ਉਹ ਚਰਨ ਧੋ ਕਰਕੇ ਕਮੰਡਲ 'ਚ ਪਾ ਲਿਆ ਸੀ। ਤੋ ਕਹਿੰਦੇ ਉਹ ਸੀ ਰੂਪ ਗੰਗਾ ਦਾ। ਤੇ ਜਿਸ ਵੇਲੇ ਤਪੈ ਭਗੀਰਥ ਨੇ ਤਪ ਸਾਧਿਆ ਆਪਣੇ ਵੱਡਿਆਂ ਦੇ ਉਧਾਰ ਵਾਸਤੇ, ਕਿਉਂਕਿ ਕਪਲ ਮੁਨੀ ਦੇ ਸਰਾਪ ਨਾਲ 60,000 ਸਗੜ ਦੇ ਪੁੱਤਰ ਜਿਹੜੇ ਸੀ ਇਹਦੇ ਬਜ਼ੁਰਗ ਭਗੀਰਥ ਦੇ, ਉਹ ਭਸਮ ਹੋ ਗਏ ਸਨ ਨਿਰਾਦਰੀ ਕਰਨੇ ਕਰਕੇ।
ਤੋ ਇਸ ਵਾਸਤੇ ਉਹਨਾਂ ਦੇ ਉਧਾਰ ਲਈ ਤੋ ਇਸ ਨੇ ਅਰਾਧਨਾ ਕੀਤੀ ਵੀ ਮੈਨੂੰ, ਫਿਰ ਕਹਿੰਦੇ ਵੀ ਤੂੰ ਗੰਗਾ ਲਿਆ, ਕਿ ਗੰਗਾ ਲਿਆਉਣ ਦਾ ਯਤਨ ਕੀਤਾ। ਤੇ ਜਿਸ ਵੇਲੇ ਇਉਂ ਅਰਾਧਨਾ ਬ੍ਰਹਮਾ ਦੀ ਕੀਤੀ ਤੇ ਉਹ ਕਹਿੰਦੇ ਵੀ ਠੀਕ ਹੈ, ਗੰਗਾ ਤੇ ਕਹਿੰਦੇ ਮਾਤ ਲੋਕ ਵਿੱਚ ਭੇਜਦੇ ਆ, ਪਰ ਇਹਦੀ ਜਿਸ ਆਪਣਾ ਬ੍ਰਹਮ ਲੋਕ ਚੋਂ ਧਾਰ ਛੱਡਾਂਗੇ ਤੇ ਪਤਾਲ ਨੂੰ ਚੱਲ ਜਾਣੀ, ਧਰਤੀ ਨੂੰ ਪਾੜ ਕਰਕੇ ਖੜਨਾ ਨਹੀਂ। ਇਸ ਨੇ ਇਸ ਵਾਸਤੇ ਤੂੰ ਸ਼ਿਵ ਜੀ ਦੀ ਅਰਾਧਨਾ ਕਰ, ਤਾਂ ਕਿ ਸ਼ਿਵ ਜੀ ਇਹਨੂੰ ਰੋਕ ਲੈਣ ਜੜਾਵਾਂ ਦੇ ਵਿੱਚ ਤੇ ਮਾਤ ਲੋਕ ਵਿੱਚ ਇਸ ਨੂੰ ਛੱਡਣਾ, ਤਾਂ ਟਿਕੂਗੀ। ਤੋ ਇਸ ਤਰੀਕੇ ਨਾਲ ਕਹਿੰਦੇ ਸ਼ਿਵ ਜੀ ਦੀ ਅਰਾਧਨਾ ਕੀਤੀ। ਉਹ ਫਿਰ ਕਹਿੰਦੇ ਇਸ ਪ੍ਰਕਾਰ ਗੰਗਾ ਬ੍ਰਹਮ ਲੋਕ ਤੋਂ ਸ਼ਿਵ ਜੀ ਦੀਆਂ ਜੜਾਵਾਂ ਵਿੱਚ ਰੋਕੀ, ਦੂਜ ਦਾ ਚੰਦਰਮਾ ਤੇ ਗੰਗਾ ਧਾਰਨ ਕੀਤੀ। ਫਿਰ ਉਸ ਨੇ ਇੱਕ ਜੜਾਮ ਦੇ ਵਿੱਚੋਂ ਕਹਿੰਦੇ ਨੇ ਉਹਦਾ ਪ੍ਰਵਾਹ ਧਰਤੀ ਤੇ ਜਿਹੜਾ ਹੈ ਛੱਡਿਆ, ਤੇ ਗੰਗਾ ਜਿਹੜੀ ਹੈ ਉਹ ਪ੍ਰਚਲਿਤ ਹੋਈ। ਔਰ ਦੁਨੀਆ ਦੀਆਂ ਬਾਕੀ ਨਦੀਆਂ ਪੱਛਮ ਨੂੰ ਚੱਲਦੀਆਂ ਨੇ, ਇਹ ਉਲਟੀ ਆਪਣੇ ਪੂਰਬ ਨੂੰ ਚੱਲਦੀ ਹੈ। ਤੋ ਐਸਾ ਇਹਦਾ ਵੇਰਵਾ ਮਿਲਦਾ ਹੈ। ਤੋ ਇਸ ਪ੍ਰਕਾਰ ਸੋ ਉਹ ਜੋ ਗੰਗਾ ਨਦੀ ਕਹਿੰਦੇ ਨੇ ਤਪੱਸਿਆ ਕਰਕੇ ਤੇ ਭਗੀਰਥ ਵਰਗਿਆਂ ਨੇ ਲਿਆਂਦੀ ਸੀ ਮਾਤ ਲੋਕ ਵਿੱਚ, ਸ਼ਿਵ ਨੇ ਧਾਰ ਸੀਸ ਪਰ ਧਾਰੀ, ਤੇ ਸ਼ਿਵ ਜੀ ਨੇ ਉਹ ਬ੍ਰਹਮ ਲੋਕ ਚੋਂ ਆਈ ਧਾਰਾ ਨੂੰ ਆਪਣੀਆਂ ਜੜਾਵਾਂ 'ਚ ਧਾਰਿਆ ਸੀ। ਅਗ ਹਰਬੇ ਕੋ ਧਾਰ ਪਰ ਬਾਰੀ, ਇਸ ਪ੍ਰਕਾਰ ਧਰਤੀ ਦੇ ਉੱਤੇ ਇਹ ਬਾਰੀ ਜਲ ਜਿਹੜਾ ਨਾ ਧਰਤੀ ਦੇ ਉੱਤੇ ਫਿਰ ਪਾਪਾਂ ਨੂੰ ਹਰਨ ਵਾਸਤੇ ਹੀ ਇਹ ਗੰਗਾ ਦਾ ਪ੍ਰਵਾਹ ਚੱਲਿਆ ਸੀ। ਤੀਨ ਲੋਕ ਮਾਨੀ ਅਗ ਹਾਨੀ, ਤੇ ਤਿੰਨਾਂ ਲੋਕਾਂ ਦੇ ਵਿੱਚ ਹੀ ਪਾਪਾਂ ਨੂੰ ਨਾਸ ਕਰਨ ਵਾਲੀ ਇਹ ਨਦੀ ਮੰਨੀ ਗਈ ਹੈ। ਪ੍ਰਥਮ ਸੇਵ ਤੁਮਾਰੀ ਹਮ ਠਾਨੀ, ਇਸ ਪ੍ਰਕਾਰ ਤੇ ਮੇਰੇ ਸਤਿਗੁਰੂ ਕਹਿੰਦੇ ਵੀ ਅਸੀਂ ਤੇਰੀ ਯਾਤਰਾ ਕਰਨ ਆਉਂਦੇ ਰਹੇ ਹਾਂ ਪਹਿਲਾਂ, ਤਿਹ ਕੋ ਫਲ ਸੁਭ ਪ੍ਰਾਪਤ ਹੋਵਾ। ਇਸ ਪ੍ਰਕਾਰ ਤੋਂ ਉਸ ਯਾਤਰਾ ਦਾ ਫਲ ਕੀ ਮਿਲਿਆ ਸੀ ਕਿ ਇਹ ਵਿਸ਼ਵਾਸ ਹੋ ਗਿਆ, ਗੰਗਾ ਜਿਹੜੀ ਹੈ ਨਾ ਮੁਕਤੀ ਦਾਤਾ ਹੈ ਤੇ ਨਾ ਗੰਗਾ ਗੁਰੂ ਹੋ ਸਕਦੀ ਹੈ। 20 ਵਾਰ ਯਾਤਰਾ ਕੀਤੀ ਤਾਂ ਜਿਸ ਵੇਲੇ ਗੰਗਾ ਯਾਤਰੀ ਨੇ ਇਹ ਗੱਲ ਕਹੀ ਸੀ ਤੁਹਾਡਾ ਗੁਰੂ ਕੌਣ ਹੈ, ਤੇ ਕਿਹਾ ਸੀ ਗੁਰੂ ਦੀ ਤੇ ਭਾਲ ਕਰਦੇ ਤਾਂ ਹੀ ਤੇ ਗੰਗਾ ਤੇ ਜਾਂਦੇ ਆ ਵੀ ਸਾਨੂੰ ਗੁਰੂ ਮਿਲ ਜਾਏ ਪੂਰਾ। ਤੋ ਭਾਵ ਸੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਗੰਗਾ ਦੀ ਇਸ ਪ੍ਰਕਾਰ 20 ਵਾਰੀ ਯਾਤਰਾ ਕਰਨ ਤੋਂ ਇਹ ਪ੍ਰੇਰਨਾ ਸਿੱਧ ਹੋ ਗਈ ਸੀ ਕਿ ਤੁਸੀਂ ਬੇਗੁਰੇ ਹੋ, ਗੁਰੂ ਵਾਲੇ ਬਣੋ, ਤੇ ਗੁਰੂ ਵਾਲੇ ਬਣੇ ਸੀ। ਤੋ ਉਹ ਖਿਆਲ ਜਿਹੜਾ ਹੈ ਪ੍ਰਗਟ ਕਰ ਰਹੇ ਨੇ ਕਵੀ ਜੀ, ਸਰਬ ਪ੍ਰਪੰਚ ਆਪ ਕਰ ਜੋਵਾ। ਇਸ ਪ੍ਰਕਾਰ ਸਾਰਾ ਹੀ ਪ੍ਰਪੰਚ ਜਿਹੜਾ ਹੈ ਸੰਸਾਰ, ਉਸ ਨੂੰ ਅਸੀਂ ਤੱਕਦੇ ਹਾਂ ਕਿ ਨਾਸਵੰਤ ਹੈ। ਦੇਹੋ ਦਰਸ਼ਨ ਬਿਦਤ ਹੋ ਨਿਜ ਦੇਹ, ਇਸ ਵਾਸਤੇ ਗੰਗਾ ਨੂੰ ਹੁਕਮ ਕੀਤਾ ਵੀ ਤੂੰ ਹੁਣ ਪ੍ਰਗਟ ਹੋ ਕੇ ਆ ਜਾ, ਦਰਸ਼ਨ ਕਰ ਲੈ ਭਾਈ। ਨੇਹ ਅਸ਼ੇਹ ਮੋਹ ਲਖ ਲੇਹ, ਤੇ ਬੜਾ ਭਾਰੀ ਤੇਰਾ ਪ੍ਰੇਮ ਹੈ ਸਾਡੇ ਨਾਲ, ਜਾਣ ਲੈ। ਇਤਿਆਦਿਕ ਨਿਜ ਸਿਫਤ ਸੁਨੀ ਜਬ, ਇਸ ਤੋਂ ਆਦ ਲੈ ਕਰਕੇ ਜਦੋਂ ਸੋ ਗੰਗਾ ਨੇ ਸੁਣਿਆ ਮਹਾਰਾਜ ਦਾ ਜਸ, ਸ੍ਰੀ ਗੰਗਾ ਪ੍ਰਗਟੀ ਜਲ ਤੇ ਤਬ, ਤਦੋਂ ਕਹਿੰਦੇ ਇਹ ਗੰਗਾ ਜਿਹੜੀ ਸੀ ਜਲ ਵਿੱਚੋਂ ਪ੍ਰਗਟ ਹੋਈ। ਇਹ ਗੱਲ ਤਾਂ ਗੁਰੂ ਘਰ ਦੇ ਵਿੱਚ ਵੀ ਸਿੱਧ ਹੈ ਵੀ ਇਹ ਜਲ ਦਾ ਪ੍ਰਵਾਹ ਤੇ ਹੈ, ਪਰ ਇਹਦਾ ਅਧਿਆਖ ਰੂਪ ਹੈਗਾ। ਕਿਉਂ ਜਿਸ ਵੇਲੇ ਕੱਢ ਕਸੀਰਾ ਸੌਂਪਿਆ ਰਵਿਦਾਸ ਗੰਗਾ ਦੀ ਭੇਟਾ, ਕਹਿੰਦੇ ਜਿਸ ਵੇਲੇ ਯਾਤਰਾ ਚੱਲਣੀ ਸੀ ਤੇ ਭਗਤ ਰਵਿਦਾਸ ਨੂੰ ਕਹਿਣ ਲੱਗੇ ਕਾਂਸ਼ੀ ਵਿੱਚੋਂ ਵੀ ਤੂੰ ਵੀ ਚੱਲ। ਕਹਿੰਦੇ ਵੀ ਆਹ ਲੋਕ ਕਹਿੰਦੇ ਜਦੋਂ ਤੂੰ ਯਾਤਰਾ ਤੇ ਜਾਓਗੇ ਤੇ ਗੰਗਾ ਮਾਤਾ ਨੂੰ ਕਸੀਰਾ ਇੱਕ ਧੇਲੇ ਦਾ ਨਾਮ ਹੈ, ਇਹ ਪੁਰਾਣੀ ਕਰੰਸੀ ਸੀ, ਉਹ ਦਿੱਤਾ। ਕਹਿੰਦੇ ਵੀ ਇਹ ਗੰਗਾ ਮਾਤਾ ਨੂੰ ਤਾਂ ਦੇਣੀ ਮੇਰੀ ਭੇਟਾ ਜਦੋਂ ਚੂੜੇ ਵਾਲੀ ਬਾਂਹ ਕੱਢ ਕਰਕੇ ਲਵੇਗੀ। ਤਾਂ ਕਹਿੰਦੇ ਜਦੋਂ ਇਹਨਾਂ ਨੇ ਇਸ਼ਨਾਨ ਪਾਨ ਕੀਤਾ ਤੇ ਜਦੋਂ ਕਿਹਾ ਵੀ ਲੈ ਵੀ ਉਹ ਭਗਤ ਰਵਿਦਾਸ ਦੀ ਵੀ ਕਹਿੰਦੇ ਭੇਟਾ ਦੇਣੀ ਸੀ ਗੰਗਾ ਮਈਆ ਨੂੰ, ਹੱਥ ਜੋੜ ਕੇ ਬੇਨਤੀ ਕਿ ਗੰਗਾ ਮਾਤਾ ਭਗਤ ਰਵਿਦਾਸ ਜੀ ਨੇ ਭੇਟਾ ਭੇਜੀ ਹੈ, ਪਰ ਸ਼ਰਤ ਉਹਦੀ ਇਹ ਹੈ ਤੂੰ ਆਪਣੀ ਬਾਂਹ ਕੱਢ ਕਰਕੇ ਲੈ ਲੈ। ਕਹਿੰਦੇ ਇਉਂ ਫਿਰ ਗੰਗਾ ਨੇ ਇਉਂ ਪ੍ਰਗਟ ਹੋਆ ਵੀ ਬਾਂਹ ਅੱਗੇ ਕਰਕੇ ਤੇ ਉਹ ਭੇਟਾ ਲਈ ਸੀ। ਇਹ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ। ਹੁਣ ਇਹ ਗੰਗਾ ਦਾ ਰੂਪ ਤੇ ਗੁਰੂ ਅਮਰਦਾਸ ਮਹਾਰਾਜ ਗਏ ਨੇ ਗੰਗਾ ਦੇ ਕਿਨਾਰੇ ਤੇ। ਹੁਣ ਗੰਗਾ ਜਿਹੜੀ ਹੈ ਉਹ ਰੂਪ ਧਾਰ ਕਰਕੇ ਆਈ ਮਹਾਰਾਜ ਦੇ ਕੋਲ। ਸ੍ਰੀ ਗੁਰ ਅਮਰ ਬੰਦਨਾ ਠਾਨੀ, ਧੰਨ ਸਤਿਗੁਰੂ ਅਮਰਦਾਸ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਵੇਰਵੇ ਹੋਰ ਵੀ ਮਿਲਦੇ ਨੇ। ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਗਏ ਹਨ ਇੱਥੇ ਕਾਂਸ਼ੀ ਦੇ ਵਿੱਚ, ਸਤਿਗੁਰਾਂ ਦੇ ਮਾਤਾ ਨਾਨਕੀ ਜੀ ਨੇ ਇੱਛਾ ਕੀਤੀ ਸੀ ਗੰਗਾ ਇਸ਼ਨਾਨ ਦੀ, ਤੇ ਮਹਾਰਾਜ ਕਿਹਾ ਸੀ ਕਿ ਤੁਹਾਨੂੰ ਜਾਣ ਦੀ ਲੋੜ ਨਹੀਂ, ਅੰਮ੍ਰਿਤ ਵੇਲੇ ਗੰਗਾ ਆਣ ਕੇ ਇਸ਼ਨਾਨ ਕਰਾਓ। ਤੇ ਗੰਗਾ ਨੇ ਆਣ ਕੇ ਇਸ਼ਨਾਨ ਕਰਾਇਆ ਸੀ। ਫਿਰ ਪਟਨਾ ਸ਼ਹਿਰ ਦੇ ਵਿੱਚ ਸੋ ਭਾਈ ਜੈਤਾ ਸੇਠ ਗੁਰੂ ਨਾਵੇਂ ਪਾਤਸ਼ਾਹ ਦਾ ਸਿੱਖ ਹੋਇਆ, ਤੇ ਉਹ ਸੰਗਤਾਂ ਨੇ ਕਿਹਾ ਕਿ ਦੇਖੋ ਮਹਾਰਾਜ ਇਹਨੇ ਕਦੇ ਇਸ਼ਨਾਨ ਹੀ ਨਹੀਂ ਕੀਤਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਤੁਸੀਂ ਅੱਜ ਇੱਥੇ ਰਹੋ, ਤੁਸੀਂ ਦੇਖ ਲਓ ਇਸ਼ਨਾਨ ਕਰਦੇ ਕਿ ਨਹੀਂ।
ਤੇ ਉਹਦਾ ਕੁੰਡ ਬਣਿਆ ਹੋਇਆ ਸੀ ਤੇ ਗੰਗਾ ਨੇ ਆਣ ਕਰਕੇ ਉਹ ਸੋ ਜਲ ਨਾਲ ਭਰ ਦਿੱਤਾ, ਜਿਹਦੇ ਵਿੱਚ ਉਸ ਨੇ ਇਸ਼ਨਾਨ ਕਰ ਲਿਆ ਅੰਮ੍ਰਿਤ ਵੇਲੇ ਤੇ ਸਾਰਿਆਂ ਨੂੰ ਤਸੱਲੀ ਹੋ ਗਈ। ਇਸ ਤਰੀਕੇ ਦੇ ਨਾਲ ਤੋ ਇੱਥੇ ਲਿਖਦੇ ਨੇ ਕਵੀ ਜੀ ਵੀ ਗੰਗਾ ਨੇ ਪ੍ਰਗਟ ਹੋ ਕੇ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਧੰਨ ਧੰਨ ਅਵਲੋਕ ਬਖਾਨੀ, ਤੋ ਮੇਰੇ ਸਤਿਗੁਰਾਂ ਦਾ ਦਰਸ਼ਨ ਕਰਕੇ ਧੰਨ ਧੰਨ ਕਿਹਾ ਗੰਗਾ ਨੇ। ਜਗਤ ਈਸ਼ਵਰ ਕੀ ਜੋਤ ਵਿਸਾਲਾ, ਤੋ ਇਸ ਪ੍ਰਕਾਰ ਕਹਿਣ ਲੱਗੀ ਤੁਸੀਂ ਜਗਤ ਈਸ਼ਵਰ ਜੋ ਪਰਮੇਸ਼ਰ ਹੈ ਉਹਦੀ ਹੀ ਜੋਤ ਹੋ। ਤੁਮਕੋ ਪ੍ਰਾਪਤ ਭਈ ਉਜਾਲਾ, ਉਹ ਜੋਤ ਤੁਹਾਡੇ ਸਰੂਪ ਵਿੱਚ ਪ੍ਰਗਟ ਹੋਈ ਹੈ। ਤੁਮ ਪਾਵਨ ਪਾਵਨ ਕਰ ਪਾਵਨ, ਤੁਸਾਂ ਨੇ ਆਪਣੇ ਚਰਨ ਪਾ ਕਰਕੇ ਮੇਰੇ ਜਲ ਨੂੰ ਪਵਿੱਤਰ ਕੀਤਾ ਹੈ। ਕਲ ਨਰ ਪਾਪਨ ਭਾਰ ਨਸਾਵਨ। ਇਸ ਪ੍ਰਕਾਰ ਜੋ ਕਲਯੁਗ ਦੇ ਲੋਕਾਂ ਨੇ ਗੰਗਾ 'ਚ ਇਸ਼ਨਾਨ ਕਰ ਕਰਕੇ ਇੱਥੇ ਪਾਪਾਂ ਦੀ ਮੈਲ ਛੱਡੀ ਸੀ, ਉਹਨਾਂ ਪਾਪਾਂ ਦੀ ਮੈਲ ਨੂੰ ਨਿਵਰਤ ਕਰਨ ਵਾਸਤੇ ਤੁਸੀਂ ਆਪਣੇ ਪਾਵਨ ਪਵਿੱਤਰ ਚਰਨ ਪਾ ਕਰਕੇ ਗੰਗਾ ਵਿੱਚ ਕਹਿੰਦੇ ਮੈਨੂੰ ਪਵਿੱਤਰਤਾ ਬਖਸ਼ੀ ਹੈ। ਸੁਨ ਪ੍ਰਸੰਨ ਸ੍ਰੀ ਗੁਰ ਤਬ ਹੋਏ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੁਣ ਕੇ ਬੜੇ ਖੁਸ਼ ਹੋਏ ਨੇ। ਅੰਤਰ ਧਿਆਨ ਭਈ ਜਲ ਮੋਏ, ਮੇਰੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਕੇ ਨਮਸਕਾਰ ਕਰਕੇ ਜਲ ਦੇ ਵਿੱਚ ਹੀ ਸਮਾ ਗਈ। ਫਿਰ ਕੇਤਕ ਦਿਨ ਬਸ ਕੀਨ ਇਸ਼ਨਾਨਾ, ਮੇਰੇ ਸਤਿਗੁਰੂ ਕਿੰਨੇ ਕੁ ਦਿਨ ਇੱਥੇ ਰਹਿ ਕਰਕੇ ਸੰਗਤਾਂ ਸਮੇਤ ਇਸ਼ਨਾਨ ਕੀਤਾ, ਭਜਨ ਸਿਮਰਨ ਕੀਤਾ ਹੈ। ਮਨ ਭਾਵਤ ਕੇਦਰ ਤਹ ਦਾਨਾ, ਇਸ ਪ੍ਰਕਾਰ ਮਨ ਭਾਵਤ ਦੇ ਕਰ ਤਹ ਦਾਨਾ। ਤੋ ਮਨ ਭਾਉਂਦਾ ਗਰੀਬਾਂ ਨੂੰ ਦਾਨ ਦੇ ਕੇ ਮੇਰੇ ਸਤਿਗੁਰਾਂ ਨੇ ਸਾਧੂਆਂ ਨੂੰ ਸਨੇ ਸਨੇ ਪੁਨ ਡੇਰਾ ਪਾਵਤ, ਹੌਲੀ ਹੌਲੀ ਮਹਾਰਾਜ ਡੇਰਾ ਕਰਦੇ ਕਰਦੇ ਗੋਇੰਦਵਾਲ ਦਿਸ਼ਾ ਕੋ ਆਵਤ। ਸ੍ਰੀ ਗੋਇੰਦਵਾਲ ਸਾਹਿਬ ਜੀ ਨੇ ਇਉਂ ਵਾਪਸੀ ਕੀਤੀ ਮੇਰੇ ਸਤਿਗੁਰਾਂ ਨੇ। ਜੈ ਜੈਕਾਰ ਕਰਤ ਨਰ ਸੰਗ, ਤੋ ਸਭ ਜਿਹੜੇ ਨਾਲ ਸੰਗਤ ਹੈ ਯਾਤਰਾ ਕਰਨ ਲਈ ਦਰਸ਼ਨ ਕਰਦੀ ਗੁਰੂ ਸਾਹਿਬ ਦੀ ਜੈ ਜੈਕਾਰ ਕਰਦੀ ਹੈ। ਅਦਕ ਆਨੰਦਤ ਪਿਖ ਗੁਰ ਅੰਗ, ਤੇ ਮੇਰੇ ਸਤਿਗੁਰਾਂ ਦੇ ਸਰੂਪ ਦਾ ਦਰਸ਼ਨ ਕਰ ਕਰਕੇ ਹਿਰਦੇ ਕਰਕੇ ਸਾਰੇ ਬਹੁਤ ਖੁਸ਼ ਹਨ। ਦੋਹਰਾ ਕਰਮ ਕਰਮ ਪੰਥ ਉਲੰਘ ਕਰ, ਉਹ ਕਹਿੰਦੇ ਨੇ ਹੌਲੀ ਹੌਲੀ ਸੋ ਇਸ ਪ੍ਰਕਾਰ ਰਸਤੇ ਨੂੰ ਲੰਘਦੇ ਹੋਏ ਇਸੀ ਗ੍ਰਾਮ ਕੋ ਆਏ, ਉਸ ਨਗਰ ਵੱਲ ਨੂੰ ਆਏ ਸਤਿਗੁਰੂ ਜੀ। ਪਦਮ ਪਛਾਨਿਓ ਵਿਪਰ ਜਿਹੇ, ਜਿੱਥੇ ਮੇਰੇ ਸਤਿਗੁਰੂ ਜੀ ਗੰਗਾ ਯਾਤਰਾ ਦੇ ਸਮੇਂ ਸੋ ਵਿਸ਼ਰਾਮ ਕਰਦੇ ਸਨ ਤੇ ਇੱਥੇ ਜੋ ਸੇਵਾਦਾਰ ਸੀ ਸਰਾਂ ਦਾ, ਉਸ ਪ੍ਰੋਹਤ ਨੇ ਪੰਡਤ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਦਮ ਦੀ ਪਛਾਣ ਜਿੱਥੇ ਕੀਤੀ ਸੀ ਉਸ ਨਗਰੀ ਵਿੱਚ ਆ ਗਏ। ਗੁਰਤਾ ਜਬ ਨਹਿ ਪਾਏ, ਜਦੋਂ ਅਜੇ ਗੁਰਗੱਦੀ ਪ੍ਰਾਪਤ ਨਹੀਂ ਸੀ ਕੀਤੀ ਹੋਈ, ਚੌਪਈ ਡੇਰਾ ਬਾਹਰ ਕੀਨ ਗੁਰ ਤਹਾਂ। ਤੇ ਮੇਰੇ ਸਤਿਗੁਰੂ ਜੀ ਨੇ ਬਾਰ-ਬਾਰ ਸੰਗਤਾਂ ਜ਼ਿਆਦਾ ਸੀ, ਖੁੱਲੀ ਜਗ੍ਹਾ ਤੇ ਡੇਰਾ ਕੀਤਾ ਹੈ। ਸੰਗ ਸੰਗ ਭੀਰ ਨਰ ਮਹਾ, ਕਿਉਂਕਿ ਬਹੁਤ ਸਾਰੀ ਸੰਗਤਾਂ ਦੀ ਭੀੜ ਗੁਰੂ ਸਾਹਿਬ ਦੇ ਨਾਲ ਸੀ। ਜੈ ਜੈਕਾਰ ਕਰਤ ਦਰਸ਼ਨ ਤੇ, ਜੈ ਜੈਕਾਰ ਕਰਦੇ ਗੁਰੂ ਦਾ ਦਰਸ਼ਨ ਕਰਦੇ ਪ੍ਰਸੰਨ ਹੋ ਰਹੇ ਹਨ। ਜਹ ਕਹਿ ਕੀਰਤ ਮਹਤ ਕਰੰਤੇ, ਤੇ ਜਿੱਥੇ ਕਿੱਥੇ ਧੰਨ ਮੇਰੇ ਸਤਿਗੁਰੂ ਦੀ ਮਹਾਨ ਕੀਰਤੀ ਜਸ ਕਰਦੇ ਹਨ ਸਾਰੇ ਹੀ। ਦੁਰਗਾ ਵਿਪਰ ਹੇਰ ਨਰ ਭੀਰ, ਇਹ ਦੁਰਗਾ ਨਾਮੇ ਪੰਡਤ ਸੀ। ਇਹਨੇ ਜਦੋਂ ਇੰਨੀ ਸੰਗਤਾਂ ਦੀ ਭੀੜ ਗੰਗਾ ਵੱਲੋਂ ਆਉਂਦੀ ਵੇਖੀ ਹੈ ਤਾਂ ਬੂਝਤ ਭਇਓ ਏਕ ਕੇ ਤੀਰ, ਇੱਕ ਪ੍ਰੇਮੀ ਦੇ ਕੋਲ ਜਾ ਕਰਕੇ ਇਹਨੇ ਪੁੱਛਿਆ ਹੈ ਕਿਸ ਕੇ ਸਾਥ ਇਹ ਸਮੁਦਾਏ, ਭਈ ਇੰਨੀ ਸੰਗਤਾਂ ਦੀ ਭੀੜ ਕਿਹਦੇ ਨਾਲ ਆਈ ਹੈ। ਉਤਰਿਓ ਕੌਣ ਆਏ ਇਸ ਥਾਏ, ਤੇ ਇਹ ਕੌਣ ਆਣ ਕਰਕੇ ਇੱਥੇ ਉਤਾਰਾ ਕੀਤਾ ਹੈ ਜੀ। ਤਿਸ ਨੇ ਸਕਲ ਬਤਾਵਨ ਕੀਨਾ, ਉਸ ਨੇ ਕਹਿੰਦੇ ਸਾਰੇ ਹੀ ਜਣ ਇਸ ਪ੍ਰਕਾਰ ਗੱਲ ਦੱਸੀ ਹੈ ਪ੍ਰੇਮੀ ਨੇ। ਅਮਰਦਾਸ ਸ੍ਰੀ ਗੁਰੂ ਪਰਬੀਨਾ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਸ਼੍ਰੋਮਣੀ ਹਨ ਜੋ। ਸ੍ਰੀ ਨਾਨਕ ਗਾਦੀ ਪਰ ਬੈਸਾ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਤੇ ਬਿਰਾਜਮਾਨ ਹੋਏ ਹਨ। ਹੋਤ ਸਫਲ ਮੁਖ ਤੇ ਕਹਿ ਜੈਸਾ, ਤੇ ਜੋ ਕੁਛ ਮੁਖ ਤੋਂ ਕਹਿ ਦਿੰਦੇ ਨੇ ਉਹੀ ਸਫਲ ਹੋ ਜਾਂਦਾ ਹੈ। ਐਸੇ ਮੇਰੇ ਸਤਿਗੁਰੂ ਜੀ ਪ੍ਰਤੱਖ ਹਨ। ਛਤਰੀ ਜਾਤ ਬਿਰਦ ਬੈ ਮਹਾ, ਤੋ ਕਹਿੰਦੇ ਮਹਾਨ ਬਿਰਦ ਅਵਸਥਾ ਖੱਤਰੀ ਜਾਤੀ ਮਹਾਰਾਜ ਦੀ। ਤਿੰਨ ਕੇ ਸੰਗ ਲੋਕ ਬਹੁ ਇਹਾਂ, ਤੋ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਬਹੁਤੇ ਲੋਕ ਇੱਥੇ ਆਏ ਹਨ। ਇਕ ਤੋਂ ਦਰਸ਼ਨ ਕੋ ਸੁਖ ਪਾਵਹਿ, ਇੱਕ ਤਾਂ ਕਹਿੰਦੇ ਨੇ ਸਤਿਗੁਰਾਂ ਦਾ ਦਰਸ਼ਨ ਕਰਕੇ ਸੁਖ ਮਾਣਦੇ ਹਨ। ਤੁਰਕ ਜੇ ਜੀਵਾ ਬਹੁਰ ਹਟਾਵਹਿ, ਤੇ ਦੂਸਰਾ ਮੇਰੇ ਸਤਿਗੁਰੂ ਜੀ ਜੋ ਤੁਰਕਾਂ ਨੇ ਜਜੀਆ ਲਾਇਆ ਹੋਇਆ ਤੀਰਥਾਂ ਤੇ ਉਹਨੂੰ ਸਤਿਗੁਰੂ ਜੀ ਹਟਾ ਰਹੇ ਹਨ। ਇਤਿਆਦਿਕ ਸੁਖ ਲਖ ਸਭ ਭਾਂਤੀ, ਸਭ ਤਰੀਕਿਆਂ ਦੇ ਨਾਲ ਇਉਂ ਸੁਖ ਜਾਣ ਕਰਕੇ ਸਾਰੀਆਂ ਸੰਗਤਾਂ ਰਹਿ ਸੰਗ ਜਾਤਰੀ ਦਿਨ ਰਾਤੀ, ਇਹ ਯਾਤਰੀ ਲੋਕ ਸਤਿਗੁਰਾਂ ਦੇ ਦਿਨ ਰਾਤ ਨਾਲ ਰਹਿੰਦੇ ਹਨ। ਸੁਨ ਦੁਰਗੇ ਦਿਜ ਬਰ ਵਿਚਾਰਾ, ਤੋ ਇਹ ਜਿਹੜਾ ਦੁਰਗਾ ਨਾਮੇ ਬ੍ਰਾਹਮਣ ਸੀ
ਇਸ ਨੇ ਮਨ 'ਚ ਵਿਚਾਰ ਕੀਤਾ, ਫਿਰ ਇਹ ਸੁਣ ਕੇ ਲਿਖਿਓ ਹੁਤੋ ਪਦ ਪਦਮ ਆਕਾਰਾ। ਕਹਿੰਦਾ ਵੀ ਜਿਹਨਾਂ ਦੇ ਚਰਨਾਂ 'ਚ ਮੈਂ ਪਦਮ ਦਾ ਨਿਸ਼ਾਨ ਦੇਖਿਆ ਸੀ, ਤਾਂ ਐਸਾ ਜੋ ਸਰੂਪ ਸੀ, ਤਿਨ ਕੋ ਨਾਮ ਰੋ ਜਾਤ ਬਤਾਈ। ਤੇ ਇਹ ਨਾਮ ਤੇ ਜਾਤੀ ਤਾਂ ਉਹੀ ਦੱਸੀ ਆ ਇਹਨਾਂ ਨੇ। ਜਾਨੀ ਮਨ 'ਚ ਵਿਚਾਰ ਕਰਦਾ ਹੈ, ਸੋਈ ਹੋਏ ਪਾਈ ਵਡਿਆਈ। ਹੋ ਸਕਦਾ ਕਿ ਜਿਹੜਾ ਮੈਂ ਕਿਹਾ ਸੀ ਕਿ ਤੁਹਾਡੇ ਚਰਨਾਂ ਵਿੱਚ ਪਦਮ ਹੈ, ਤੁਹਾਨੂੰ ਇਹ ਵਡਿਆਈ ਮਿਲੇਗੀ, ਤੇ ਹੋ ਸਕਦਾ ਉਹਨਾਂ ਨੂੰ ਵਡਿਆਈ ਮਿਲ ਗਈ ਹੋਵੇ। ਇਉਂ ਵਿਚਾਰ ਕੀਤੀ ਮਨ ਦੇ ਵਿੱਚ। ਕਿਦੋਂ ਆਨ ਹੋਵੈ ਕਰਤ ਸੰਦੇਹੂ। ਤਾਂ ਮਨ 'ਚ ਸ਼ੱਕ ਕਰਦਾ, ਹੋ ਸਕਦਾ ਕੋਈ ਹੋਰ ਵੀ ਹੋਵੇ। ਕੀਨ ਗਮਨ ਨਿਜ ਤਜ ਕੈ ਗ੍ਰੇਹੂ। ਆਪਣੇ ਘਰ ਨੂੰ ਤਿਆਗ ਕਰਕੇ ਤੇ ਗੁਰੂ ਸਾਹਿਬ ਨੂੰ ਚੱਲਦਾ, ਮਨ ਵਿੱਚ ਸ਼ੰਕਾ ਇਹ ਹੈ ਕਿ ਪਤਾ ਨਹੀਂ ਉਹੀ ਨੇ ਕਿ ਹੋਰ ਨੇ। ਸਨੇ ਸਨੇ ਤਿਹ ਸੰਗ ਮਝਾਰਾ। ਤੇ ਹੌਲੀ ਹੌਲੀ ਉਸ ਸੰਗਤ ਦੇ ਵਿੱਚ ਪਹੁੰਚ ਗਿਆ। ਸ੍ਰੀ ਗੁਰ ਕੇ ਤਬ ਨਿਕਟ ਸਿਧਾਰਾ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਨਜ਼ਦੀਕ ਪਹੁੰਚਾ ਹੈ। ਕਰੋ ਦੂਰ ਤੇ ਕਰਤ ਚਿਨਾਰੀ। ਹੁਣ ਦੂਰ ਹੱਥ ਜੋੜ ਕੇ ਖੜਾ ਹੋ ਕੇ ਪਛਾਣ ਕਰਦਾ ਹੈ ਵੀ ਉਹੀ ਨੇ। ਇਉਂ ਤੱਕਣ ਲੱਗਾ ਜਦੋਂ, ਹੈ ਤੋ ਸਹੀ ਸੋ ਲਗ ਆਕਾਰੀ। ਤੋ ਕਹਿੰਦੇ ਨੇ ਵੀ ਲੱਗਦਾ ਤੇ ਸਹੀ, ਨਿਸ਼ਚੈ ਕਰਕੇ ਉਹੀ ਹੈ। ਜੋ ਮਧਰਾ ਕਦ ਹੈ ਇਹਨਾਂ ਦਾ, ਉਹੀ ਲੱਗਦੇ ਹਨ। ਪਰਮ ਪ੍ਰਸੰਨ ਭਇਓ ਦੇਹ ਹੇਰੇ। ਤੇ ਮੇਰੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਰੀਰ ਦੇ ਬਹੁਤ ਖੁਸ਼ ਹੋਇਆ ਮਨ ਵਿੱਚ। ਕਹੀ ਅਸ਼ੀਰਬਾਦ ਹੋਏ ਨੇਰੇ। ਨੇੜੇ ਹੋ ਕਰਕੇ ਅਸ਼ੀਰਵਾਦ ਕੀਤੀ ਕਹੀ ਹੈ ਮਹਾਰਾਜ ਨੂੰ। ਬੈਠ ਨਿਕਟ ਲਖ ਨੀਕੀ ਰੀਤ। ਤੋ ਕੋਲ ਬੈਠ ਕਰਕੇ ਸੋਹਣੇ ਤਰੀਕੇ ਦੇ ਨਾਲ ਨਿਸ਼ਚੈ ਧਰਤ ਭਇਓ ਤਬ ਚੀਤ। ਤੇ ਮਨ ਵਿੱਚ ਕੋਲ ਆਣ ਕੇ ਬੈਠਾ ਤੇ ਦਰਸ਼ਨ ਕਰਕੇ ਤਸੱਲੀ ਕਰਕੇ ਨਿਸ਼ਚਾ ਹੋ ਗਿਆ ਵੀ ਉਹੋ ਹੀ ਨੇ ਜਿਨ੍ਹਾਂ ਦੇ ਚਰਨਾਂ 'ਚ ਮੈਂ ਪਦਮ ਤੱਕਿਆ ਸੀ। ਏ ਪ੍ਰਭ ਮੈਂ ਦਿਜ ਜਾਨੋ ਸੋਈ। ਤੇ ਬੇਨਤੀ ਕਰਦਾ ਹੈ ਸੱਚੇ ਪਾਤਸ਼ਾਹ ਮਹਾਰਾਜ, ਮੈਂ ਉਹੀ ਦਿਜ ਬ੍ਰਾਹਮਣ ਹਾਂ ਜੀ। ਪੂਰਬ ਮਿਲਿਓ ਬਰਖ ਬਹੁ ਹੋਈ। ਬਹੁਤ ਸਾਲ ਹੋ ਗਏ ਨੇ ਜੋ ਮੈਂ ਤੁਹਾਡੇ ਦਰਸ਼ਨ ਕੀਤੇ ਸਨ। ਵਿਖਿਓ ਪਦਮ ਪਦ ਪਦਮ ਮਝਾਰੀ। ਤੁਹਾਡੇ ਚਰਨਾਂ ਕਮਲਾਂ ਵਿੱਚ ਮੈਂ ਪਦਮ ਦਾ ਨਿਸ਼ਾਨ ਤੱਕਿਆ ਸੀ ਜੀ। ਤਬ ਨਾ ਜਾਚਨਾ ਕੀਨ ਤੁਮਾਰੀ। ਤੇ ਮਹਾਰਾਜ ਉਸ ਵੇਲੇ ਮੈਂ ਤੁਹਾਡੇ ਕੋਲੋਂ ਕੁਝ ਮੰਗਿਆ ਨਹੀਂ ਸੀ। ਮਹਾਰਾਜ ਦਛਣਾ ਦੇਣ ਲੱਗੇ ਸੀ, ਕਹਿੰਦਾ ਨਹੀਂ ਮਹਾਰਾਜ ਇੰਨੀ ਕੁ ਦਛਣਾ ਨਹੀਂ ਲੈਣੀ, ਤੁਹਾਡੇ ਚਰਨਾਂ 'ਚ ਪਦਮ ਹੈ। ਤੁਸੀਂ ਜਾਂ ਤਾਂ ਮਹਾਨ ਚੱਕਰਵਰਤੀ ਦੁਨੀਆ ਦੇ ਬਾਦਸ਼ਾਹ, ਤਾਂ ਜਾਂ ਵਿਸ਼ਨੂੰ ਮਹਾਰਾਜ, ਕਿਉਂ ਇਹੋ ਹੀ ਇਹਨਾਂ ਦੀ ਵੱਡੀ ਤੋਂ ਵੱਡੀ ਪਹੁੰਚ ਹੋ ਸਕਦੀ, ਜਾਂ ਵਿਸ਼ਨੂੰ ਮਹਾਰਾਜ ਦਾ ਰੂਪ ਹੈ ਉਹ ਤੁਸੀਂ। ਤੇ ਮਹਾਰਾਜ ਕਹਿੰਦੇ ਵੀ ਐਸੀ ਤਾਂ ਜੇ ਹੈ ਹੀ ਨਹੀਂ। ਕਹਿੰਦਾ ਜਦੋਂ ਇਸ ਪਦਮ ਦੇ ਮਹਾਤਮ ਦੇ ਸਹਿਤ ਹੋਵੋਗੇ, ਮੈਨੂੰ ਬਚਨ ਦੇ ਦਿਓ, ਮੈਂ ਉਦੋਂ ਭੇਟਾ ਮੰਗਾਂਗਾ। ਤਾਂ ਉਹ ਹੁਣ ਮਹਾਰਾਜ ਨੂੰ ਯਾਦ ਕਰਾ ਰਿਹਾ ਹੈ। ਜਬ ਇਸ ਕੋ ਫਲ ਪ੍ਰਾਪਤ ਹੋਏ। ਤੇ ਮੈਂ ਇਹ ਬੇਨਤੀ ਕੀਤੀ ਸੀ ਜਦੋਂ ਚਰਨਾਂ ਦੇ ਪਦਮ ਦਾ ਤੁਹਾਨੂੰ ਫਲ ਪ੍ਰਾਪਤ ਹੋਵੇਗਾ, ਤਬ ਲੇਵੋ ਚਿਤ ਬਾਸਤ ਜੋਏ। ਤੇ ਜੋ ਮੇਰੇ ਮਨ ਚ ਹੋਊ ਭਾਵਨਾ ਉਹ ਮੈਂ ਫਿਰ ਤੁਹਾਡੇ ਕੋਲੋਂ ਲੈ ਲਵਾਂਗਾ, ਮੰਗ ਲਵਾਂਗਾ। ਕਰਿਓ ਹੁਤੋ ਤਤਕਾਰ ਸੋ ਜੋਵਾ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਇਕਰਾਰ ਕਹਿੰਦੇ ਤੁਹਾਡੇ ਨਾਲ ਕੀਤਾ ਸੀ, ਪ੍ਰਾਪਤ ਸਮੇਂ ਆਏ ਸੋ ਹੋਵਾ। ਤੇ ਮਹਾਰਾਜ ਹੁਣ ਉਹ ਇਕਰਾਰ ਪੂਰਾ ਕਰਨ ਦਾ ਸਮਾਂ ਆ ਗਿਆ ਮਹਾਰਾਜ, ਤਾਂ ਤੁਹਾਡੇ ਦਰਸ਼ਨ ਕਰ ਰਿਹਾ ਹਾਂ। ਮਨ ਬਾਸਤ ਮੁਝ ਕੋ ਅਬ ਦੀਜੈ। ਤੇ ਕਿਰਪਾ ਕਰੋ ਹੁਣ ਜੋ ਮੇਰੇ ਮਨ ਦੀ ਇੱਛਾ ਹੈ, ਮਨ ਬਾਸ਼ਤ ਜੋ ਮੇਰੇ ਮਨ ਨੂੰ ਚੰਗਾ ਲੱਗਦਾ, ਹੁਣ ਦਿਓ ਦਾਤ ਮੈਨੂੰ। ਪ੍ਰਥਮ ਕਹਿਓ ਸਿਮਰਨ ਸੋ ਕੀਜੈ। ਤੇ ਤੁਸੀਂ ਮੈਨੂੰ ਬਚਨ ਦਿੱਤਾ ਹੋਇਆ, ਇਸ ਵਾਸਤੇ ਜੀ ਯਾਦ ਕਰ ਲਓ। ਸ੍ਰੀ ਸਤਿਗੁਰ ਸੁਨ ਭਏ ਪ੍ਰਸੰਨ। ਮੇਰੇ ਸਤਿਗੁਰੂ ਜੀ ਸੁਣ ਕੇ ਬਹੁਤ ਖੁਸ਼ ਹੋਏ ਨੇ। ਕਹਿਬ ਦਿਜਬਰ ਤੇਰੋ ਧਨ। ਕਹਿੰਦੇ ਨੇ ਵੀ ਠੀਕ ਹੈ ਪੁਰੋਹਿਤ ਜੀ, ਵੀ ਤੇਰਾ ਕਿਹਾ ਧਨ ਹੈ ਜੋ ਤੂੰ ਬਚਨ ਕੀਤਾ ਸੀ ਨਾ, ਵੀ ਪਦਮ ਦਾ ਇਹ ਮਹਾਤਮ ਹੁੰਦਾ ਚਰਨਾਂ ਵਿੱਚ, ਤੋ ਕਹਿੰਦੇ ਵੀ ਉਹ ਠੀਕ ਹੈ, ਤੂੰ ਧਨ ਹੈ ਜਿਹੜਾ ਤੈਨੂੰ ਇਹਨਾਂ ਗਿਆਨ ਸੀ। ਜਿਉ ਤੈ ਕਹਿਓ ਸੋ ਨੀਕੇ ਭਇਓ। ਜੋ ਤੂੰ ਬਚਨ ਕੀਤਾ ਸੀ ਉਹ ਪੂਰਾ ਹੋਇਆ ਭਾਈ। ਚੱਕਰਵਰਤ ਕੋ ਛਤਰ ਸੋ ਦਇਓ। ਛਤਰ ਸੋ ਦਇਓ। ਵੀ ਜਿਹੜਾ ਚੱਕਰਵਰਤੀ ਦਾ ਤੂੰ ਕਿਹਾ ਛਤਰ ਹੋਵੇਗਾ, ਕਹਿੰਦੇ ਉਹ ਮਹਾਰਾਜ ਨੇ ਬਖਸ਼ ਦਿੱਤਾ ਹੈ ਸਾਨੂੰ। ਚਾਹੋ ਚੱਕਨ ਪਰ ਹੁਕਮ ਹਮਾਰਾ। ਹੁਣ ਚਾਰ ਚੱਕਾਂ ਚਾਰ ਹੀ ਦਿਸ਼ਾ ਦੇ ਵਿੱਚ ਹੁਕਮ ਸਾਡਾ ਚੱਲਦਾ ਹੈ। ਜਿਹ ਕਹੈ ਪਠੇ ਨਾ ਹੋਵੇ ਹਟਕਾਰਾ। ਜਿੱਥੇ ਵੀ ਹੁਕਮ ਭੇਜ ਦਈਏ ਕੋਈ ਰੋਕ ਨਹੀਂ ਸਕਦਾ ਸਾਡਾ। ਅਬ ਮਨ ਬਾਸ ਜੋ ਕੁਛ ਤੇਰੇ। ਤੇ ਠੀਕ ਹੈ ਪੁਰੋਹਿਤ ਜੀ, ਹੁਣ ਜੋ ਤੇਰੇ ਮਨ ਦੀ ਇੱਛਾ ਭਾਈ ਤੂੰ ਮੰਗ ਲਾ ਹੁਣ। ਸੋ ਲੀਜੇ ਸੁਖ ਅਹੇ ਨਾ ਦੇਰੇ। ਤੇ ਭਾਈ ਜਿਹੜਾ ਤੈਨੂੰ ਚੰਗਾ ਲੱਗਦਾ ਸੁਖ ਲੈ ਲਾ, ਕੋਈ ਦੇਰ ਨਹੀਂ, ਅਸੀਂ ਤੈਨੂੰ ਵਰ ਦੇਣ ਨੂੰ ਤਿਆਰ ਹਾਂ। ਲੋਕ ਬਿਖੈ ਸੁਖ ਅਨਕ ਪ੍ਰਕਾਰਾ। ਦੇਖ ਮਹਾਰਾਜ ਕਹਿੰਦੇ ਵੀ ਐਸ ਲੋਕ ਵਿੱਚ ਕਈ ਪ੍ਰਕਾਰ ਦੇ ਸੁਖ ਨੇ, ਦੇਖ ਲੈ ਤੈਨੂੰ ਕਿਹੜਾ ਚੰਗਾ ਲੱਗਦਾ। ਸੁਤ ਬਿਤ ਆਦਿਕ ਸੁੰਦਰ ਦਾਰਾ। ਤੋ ਕਹਿੰਦੇ ਨੇ ਭਾਈ ਪੁੱਤਰ ਦੀ ਦਾਤ ਹੋਣੀ, ਧਨ ਕੋਲ ਹੋਣਾ,
ਘਰ ਵਾਲੀ ਸੁੰਦਰ ਇਸਤਰੀ ਆਦਿਕ ਹੋਣੀ। ਜੋ ਚਾਹੋ ਸੋ ਜਾਚਨ ਤੇ ਕੀਜਹਿ। ਭਾਈ ਜੋ ਤੇਰੀ ਇੱਛਾ ਹੈ ਮੰਗ ਲੈ ਸਾਡੇ ਕੋਲੋਂ। ਅਬ ਤੇ ਪਰਮ ਸੁਖੀ ਹੋਏ ਜੀਜਹਿ। ਤੇ ਹੁਣ ਤੋਂ ਤੂੰ ਮਹਾਨ ਸੁਖੀ ਹੋ ਕਰਕੇ ਜੀਵੇਂਗਾ। ਜੇਕਰ ਜਗ ਕੇ ਸੁਖ ਨਹਿ ਚਾਹੇ। ਤੇ ਦੂਸਰੀ ਗੱਲ ਇਹ ਹੈ, ਜੇ ਤੂੰ ਸੰਸਾਰ ਦੇ ਸੁੱਖ ਨਹੀਂ ਚਾਹੁੰਦਾ ਹੈ ਤਾਂ ਨਾਸਵੰਤ ਲਖ ਨਹਿ ਥਿਰਤਾ ਹੈ। ਤੇ ਜੇ ਤੂੰ ਜਾਣੇ ਪਈਏ ਤੇ ਨਾਸਵੰਤੀ ਹੈ ਤੇ ਥਿਰ ਰਹਿਣ ਵਾਲੇ ਇਹ ਸੁੱਖ ਨਹੀਂ ਹਨ ਦੁਨੀਆ ਦੇ। ਤਉ ਪਰਲੋਕ ਅਚਲ ਸੁਖ ਭਾਰੀ। ਤੇ ਭਾਈ ਜੇ ਤੂੰ ਜਾਣ ਲਵੇਂ ਭਈ ਪਰਲੋਕ ਦੇ ਵਿੱਚ ਭਾਰੀ ਅਚਲ ਸੁੱਖ ਹੈ, ਸਦਾ ਰਹਿਣ ਵਾਲਾ ਹੈ ਤਾਂ ਜਨਮ ਮਰਨ ਨਹਿ ਸੰਕਟ ਭਾਰੀ। ਨਾ ਉਥੇ ਜਨਮ ਨਾ ਮਰਨ ਹੈ, ਨਾ ਕਿਸੇ ਭਾਰੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਰੁਚ ਹੈ ਜੇ ਮਨ ਮਹਿ ਜਾਚਹੁ ਸੋਏ। ਤੇ ਮਹਾਰਾਜ ਕਹਿੰਦੇ ਲੈ ਵੀ ਦੋਨੋਂ ਹੀ ਤੈਨੂੰ ਦੱਸ ਦਿੱਤੇ ਨੇ। ਹੁਣ ਜੋ ਤੇਰੀ ਰੁਚੀ ਹੈ ਮੰਗ ਲੈ। ਇੱਕ ਬਚਨ ਤੇਰੇ ਨਾਲ ਕੀਤਾ ਹੋਇਆ ਹੈ, ਦੱਸ ਕੀ ਮੰਗਦਾ ਹੈ ਤੂੰ। ਨੀਕੇ ਲਿਹੋ ਵਿਚਾਰ ਕਰ ਜੋਏ। ਤੇ ਭਲੀ ਪ੍ਰਕਾਰ ਕਹਿੰਦੇ ਹੁਣ ਸੋਹਣੇ ਤਰੀਕੇ ਨਾਲ ਮਨ 'ਚ ਵਿਚਾਰ ਕਰ ਲੈ ਤੇ ਦੱਸ ਭਾਈ ਤੈਨੂੰ ਕੀ ਦਈਏ। ਲੋਕ ਪਰਲੋਕ ਮਹਾ ਸੁਖ ਦੋਈ। ਚਾਹੇ ਲੋਕ ਦੇ ਚਾਹੇ ਪਰਲੋਕ ਦੇ, ਦੋਨਾਂ ਲੋਕਾਂ ਦੇ ਜਿਹੜੇ ਸੁੱਖ ਚਾਹਵੇਂ ਤੂੰ ਉਹ ਤੈਨੂੰ ਦੇ ਦਈਏ। ਲੀਜਹਿ ਏਕ ਜਾਚ ਕਰ ਸੋਈ। ਭਾਈ ਇੱਕ ਬਚਨ ਤੇਰੇ ਨਾਲ ਕੀਤਾ, ਹੁਣ ਇੱਕ ਬਚਨ ਮੰਗ ਲੈ ਜਿਹੜਾ ਤੂੰ ਚਾਹੁੰਦਾ ਹੈ। ਸੁਨ ਦਿਜ ਬਰ ਕੋ ਸੰਸਾ ਪਰਿਓ। ਤੋ ਭਾਈ ਇਸ ਪੰਡਤ ਨੂੰ ਹੁਣ ਇਹ ਸ਼ੰਕਾ ਹੋ ਗਿਆ, ਸੰਸਾ ਮਨ 'ਚ ਪੈ ਗਿਆ ਵੀ ਹੁਣ ਕੀ ਮੰਗਾ ਮੈਂ। ਸੋ ਲੋਕ ਦੇ ਸੁੱਖ ਕੇ ਪਰਲੋਕ ਦੇ ਨਿਰਨਾ ਨਾਹਿਨ ਏਕੈ ਕਰਿਓ। ਤੋ ਹੁਣ ਇਹ ਮਨ ਵਿੱਚ ਵਿਚਾਰਾਂ ਕਰਦਾ ਸਿਆਣਾ ਸੀ। ਹੁਣ ਮਨ 'ਚ ਨਿਰਣਾ ਨਹੀਂ, ਫੈਸਲਾ ਨਹੀਂ ਕਰ ਸਕਦਾ ਕਿ ਮੈਂ ਇਹ ਦੋਨਾਂ 'ਚੋਂ ਇੱਕ ਕਿਹੜੀ ਚੀਜ਼ ਮੰਗਾ। ਜੇਕਰ ਸੁਖ ਪਰਲੋਕ ਕੋ ਜਾਚੂੰ। ਵਿਚਾਰ ਕਰਦਾ ਹੈ, ਜੇ ਮੈਂ ਕਹਿੰਦੇ ਪਰਲੋਕ ਦੇ ਸੁੱਖ ਮੰਗਾ ਮਹਾਰਾਜ ਤੋਂ ਇਹ ਰੰਕ ਬਨ ਦਾਰਦ ਰਾਚੂੰ। ਤੇ ਇੱਥੇ ਗਰੀਬ ਬਣ ਕੇ ਸੋ ਦਲਿੱਦਰ ਦੇ ਵਿੱਚ ਹੀ ਪਿਆ ਰਿਹਾ ਤਾਂ ਮੰਗਤ ਰਹੋ ਨਾ ਸੁਖ ਹੋਵੇ ਕੋਈ। ਤੇ ਮੈਂ ਜੇ ਇੱਥੇ ਮੰਗਤਾ ਹੀ ਬਣੇ ਰਹਾ ਗਰੀਬ ਬਣ ਕੇ ਤੇ ਫਿਰ ਐਸ ਲੋਕ ਦਾ ਸੁੱਖ ਤਾਂ ਹੋਇਆ ਕੋਈ ਨਾ। ਅਬ ਪ੍ਰਾਪਤ ਕੈਸੇ ਦਿਉ ਖੋਈ। ਤੇ ਕਹਿੰਦਾ ਹੁਣ ਮੈਨੂੰ ਮੌਕਾ ਮਿਲਿਆ, ਇਹਨੂੰ ਮੈਂ ਗਵਾ ਕਿੱਦਾਂ ਦਵਾਂ ਐਸ ਲੋਕ ਦੇ ਸੁੱਖਾਂ ਵੱਲੋਂ। ਜੇਕਰ ਲੋਕ ਵਿਖੇ ਸੁਖ ਭਾਰਾ। ਤੇ ਜਿਹੜਾ ਇਸ ਪ੍ਰਕਾਰ ਜਿਹੜਾ ਪਰਲੋਕ ਦੇ ਵਿੱਚ ਭਾਰੀ ਸੁੱਖ ਹੈ, ਧਨ ਆਦਿਕ ਤੇ ਹੋਏ ਸੁਖਾਰਾ। ਲੋਕ ਦਾ ਸੁੱਖ ਤੇ ਧਨ ਆਦਿ ਦੇ ਨਾਲ ਹੀ ਕਹਿੰਦੇ ਸੌਖਾ ਹੁੰਦਾ ਹੈ। ਜਾਚ ਲਿਓ ਮੈਂ ਪ੍ਰਾਪਤ ਹੋਵੇ। ਤੇ ਜੇ ਗੁਰੂ ਕੋਲੋਂ ਮੰਗ ਲਵਾਂ ਤੇ ਉਹਨੂੰ ਮਿਲ ਵੀ ਗਿਆ ਤਾਂ ਸਗਰੀ ਦਾਰਦਤਾ ਕੋ ਖੋਵੇ। ਸਾਰਾ ਦਲਿੱਦਰ ਗਰੀਬੀ ਸਾਰੀ ਦੂਰ ਹੋ ਜਾਊਗੀ। ਮਨ ਭਾਵਤ ਸੁਖ ਕਰੋ ਬਿਲਾਸਾ। ਤੇ ਮਨ ਭਾਉਂਦੇ ਐਸ ਲੋਕ ਦੇ ਸੁੱਖ ਆਨੰਦ ਮਾਣਾਗਾ ਜਦੋਂ। ਜਾਚਨ ਕੀ ਮਿਟ ਹੈ ਸਭ ਆਸਾ। ਤੇ ਮੇਰੇ ਮਨ ਦੇ ਵਿੱਚੋਂ ਜੋ ਪੁਰੋਤਾਂ ਦਾ ਕੰਮ ਹੀ ਆ ਮੰਗੀ ਜਾਣਾ, ਕਹਿੰਦੇ ਮੰਗਣ ਵਾਲੀ ਜਿਹੜੀ ਇੱਛਾ ਨਾ ਉਹ ਸਾਰੀ ਮੇਰੀ ਦੂਰ ਹੋ ਜਾਊਗੀ। ਜਮ ਕੇ ਬਸ ਜਬ ਪਰ ਹੋ ਜਾਈ। ਪਰ ਜਿਸਲੇ ਕਹਿੰਦੇ ਅਗਲੇ ਪਰਲੋਕ 'ਚ ਜਾਣਾ ਤੇ ਜਮਾਂ ਨੇ ਫੜ ਕੇ ਧੂਇਆ ਤੇ ਫਿਰ ਕੀ ਬਣੂ। ਦੇਹ ਸਾਸ ਨਾ ਨਰਕ ਗਿਰਾਈ। ਤੋ ਕਹਿੰਦੇ ਬੜਾ ਪਰਿਤਾਰਨਾ ਕਰਨਗੇ, ਨਰਕਾਂ ਵਿੱਚ ਸੁੱਟ ਦੇਣਗੇ ਜਾ ਕੇ। ਇਤ ਕੋ ਸੁਖ ਅਬ ਜਾਚਨ ਕਰੂੰ। ਇਸ ਵਾਸਤੇ ਹੁਣ ਮੈਂ ਕਿਹੜਾ ਸੁੱਖ ਮੰਗਾ ਮਹਾਰਾਜ ਸਤਿਗੁਰਾਂ ਤੋਂ। ਸੰਸੈ ਹੋਤ ਨਾ ਨਿਰਨੋ ਧਰੂੰ। ਹੁਣ ਮਨ ਵਿੱਚ ਇਹ ਸੰਸਾ ਹੈ, ਐਸ ਲੋਕ ਦਾ ਸੁੱਖ ਲਵਾਂ ਕੇ ਪਰਲੋਕ ਦਾ ਫੈਸਲਾ ਨਹੀਂ ਹੋ ਰਿਹਾ ਮਨ ਵਿੱਚ ਵੀ ਕੀ ਮੰਗਾ। ਤੂਸਨ ਏਕ ਘਟੀ ਲੱਗ ਹੋਵਾ। ਤੇ ਇਹ ਵਿਚਾਰ ਦੇ ਵਿੱਚ ਹੀ ਇਹ ਦੁਰਗਾ ਪੰਡਤ ਜਿਹੜਾ ਸੀ ਨਾ ਚੁੱਪ ਰਿਹਾ, ਸੋ ਬੋਲਿਆ ਨਹੀਂ ਕੁਛ ਵੀ। ਤਬ ਸ੍ਰੀ ਸਤਿਗੁਰ ਤਿਸ ਦਿਸ ਜੋਵਾ। ਤਦੋਂ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹਦੇ ਵੱਲ ਤੱਕਿਆ ਹੈ ਪੰਡਤ ਵੱਲ। ਹੋ ਦਿਜ ਬਰ ਕਿਉ ਤੂਸਨ ਠਾਨੀ। ਮਹਾਰਾਜ ਕਹਿੰਦੇ ਹੇ ਸ਼੍ਰੇਸ਼ਟ ਬ੍ਰਾਹਮਣ, ਬਈ ਚੁੱਪ ਕਿਉਂ ਹੋ ਗਿਆ ਭਾਈ, ਮੰਗ ਲੈ ਤੂੰ। ਜਾਚਨ ਕੀਜੈ ਚਾਹੇ ਮਹਾਨੀ। ਜੋ ਵੀ ਤੇਰੀ ਮਹਾਨ ਇੱਛਾ ਮਨ ਵਿੱਚ ਹੈ ਉਹ ਤੂੰ ਮੰਗ ਲੈ ਸਾਡੇ ਕੋਲੋਂ। ਸੋ ਹਮ ਤੇ ਲਿਹੋ ਜੋ ਮਨ ਭਾਵਾ। ਜੋ ਤੈਨੂੰ ਮਨ ਭਾਉਂਦਾ ਹੈ ਸਾਡੇ ਕੋਲੋਂ ਲੈ ਲੈ ਭਾਈ, ਅਸੀਂ ਦੇਨੇ ਤੈਨੂੰ। ਸਾਚ ਕਰਹਿ ਬਚ ਹਮ ਜੋ ਅਲਾਵਾ। ਤੇ ਜਿਹੜਾ ਬਚਨ ਅਸੀਂ ਕਰਾਂਗੇ ਉਹ ਸੱਚ ਪੂਰਾ ਵੀ ਕਰਾਂਗੇ ਅਸੀਂ। ਸੁਨ ਕੇ ਤਬ ਹੋਇਓ ਦਿਜ ਦੀਨ। ਤੋ ਇਹ ਮਹਾਰਾਜ ਦਾ ਬਚਨ ਸੁਣ ਕੇ ਤੇ ਪੰਡਤ ਬ੍ਰਾਹਮਣ ਜਿਹੜਾ ਸੀ ਬੜਾ ਅਧੀਨ ਹੋਇਆ ਹੈ, ਨਿਮਰਤਾ ਵਿੱਚ ਆਇਆ। ਦਵੈ ਲੋਕਨ ਸੁਖ ਲਾਲ ਸਕੀਨ। ਤੇ ਦੋਨਾਂ ਲੋਕਾਂ ਦੇ ਸੁੱਖ ਦੀ ਲਾਲਚਾ ਕੇ ਮਹਾਰਾਜ ਹੁਣ ਇੱਕ ਲੋਕ ਦਾ ਸੁੱਖ ਲੈ ਕੇ ਗੁਜ਼ਾਰਾ ਨਹੀਂ, ਤੇ ਦੋਨਾਂ ਲੋਕਾਂ ਦਾ ਸੁੱਖ ਮਿਲੇ ਤੇ ਠੀਕ ਹੈ। ਮਨ 'ਚ ਵਿਚਾਰ ਕੀਤੀ, ਬਿਨੈ ਸਹਿਤ ਬਚ ਕਹਿ ਬਿਨਾਏ। ਤੇ ਭਾਈ ਸਿਆਣਾ ਸੀ ਪਰ ਐਸ ਤਰੀਕੇ ਨਾਲ ਹਜੂਰ ਨੂੰ ਬੇਨਤੀ ਕਰਦਾ ਹੈ ਜੀ। ਗੁਰ ਪ੍ਰਾਪਤ ਲਖ ਸੀਸ ਨਿਵਾਏ। ਤੋ ਗੁਰੂ ਕਹਿੰਦਾ ਵੀ ਹੁਣ ਪੂਰਾ ਗੁਰੂ ਮਿਲਿਆ, ਇਉਂ ਜਾਣ ਕੇ ਨਮਸਕਾਰ ਕੀਤੀ ਸਤਿਗੁਰਾਂ ਨੂੰ। ਦਿਜੋ ਵਾਚ ਨਾਮ ਦੇਹ ਧਨ ਦੇਹ ਨਾ ਜਨ ਕੋ। ਹੁਣ ਪੰਡਤ ਨੇ ਕੀ ਬਚਨ ਕੀਤਾ ਹੈ। ਹੁਣ ਦੇਖੋ ਆਪਾਂ ਨੂੰ ਜੇ ਕਿਤੇ ਗੁਰੂ ਕਹਿਣ ਕਿਤੇ ਅਸੀਂ ਮਹਾਰਾਜ ਭਾਗਾ ਨਾਲ ਕਿਤੇ ਗੱਲ ਆ ਜਾਏ ਤੇ ਅਸੀਂ ਦੇਖ ਲਓ ਵੀ ਕੀ ਮੰਗਾਂਗੇ। ਪਰ ਇਹ ਸਿਆਣਾ ਸੀ, ਧਰਮੀ ਸੀ ਬੰਦਾ,
ਇਹ ਹੁਣ ਕਹਿੰਦਾ ਹੈ ਤੇ ਮੇਰੇ ਸਤਿਗੁਰੂ ਜੀ ਨੂੰ। ਸੋ ਮਹਾਰਾਜ ਨਾਮ ਦੇ ਨਾਮ ਦੇਹ ਧਨ ਦੇਹ ਨ ਜਨ ਕੋ। ਜੇ ਮਹਾਰਾਜ ਤੁਸੀਂ ਪਰਲੋਕ ਵਾਸਤੇ ਨਾਮ ਦੀ ਦਾਤ ਦੇ ਦਿਓ ਤੇ ਧਨ ਦੇਵੋ ਨਾ ਆਪਣੇ ਪ੍ਰੇਮੀ ਨੂੰ। ਧਨ ਵਿਹੀਨ ਜਨ ਜਗ ਨਾ ਸੁਹਾਏ। ਧਨ ਤੋਂ ਬਿਨਾ ਤੁਹਾਡਾ ਸੇਵਕ ਸਿੱਖ ਜਿਹੜਾ ਹੈ ਇਹ ਜਗਤ ਵਿੱਚ ਸੋਭਾ ਹੀ ਨਹੀਂ ਪਾਉਂਦਾ। ਜਿੱਧਰ ਦੇਖੋ ਮਾਇਆ ਦੀ ਵਡਿਆਈ ਹੈ, ਗਰੀਬ ਨੂੰ ਕੌਣ ਦੇਖਦਾ ਹੈ। ਜੇ ਧਨ ਦੇਹ ਨਮ ਨਹਿ ਦੈ। ਤੇ ਜੇ ਧਨ ਦੇ ਦਿਓ ਐਸ ਲੋਕ ਦੇ ਸੁਖ ਲਈ ਤੇ ਨਾਮ ਦੀ ਦਾਤ ਨਾ ਤੁਸੀਂ ਬਖਸ਼ੋ। ਨਾਮ ਬਿਨਾ ਜਨ ਜਮਪੁਰ ਜਾਏ। ਤੇ ਨਾਮ ਤੋਂ ਬਿਨਾ ਮਹਾਰਾਜ ਹੋਵੇ ਤੁਹਾਡਾ ਸੇਵਕ ਤੇ ਜਮਾਂ ਦੀ ਪੁਰੀ ਵਿੱਚ ਜਾਵੇ ਤੇ ਮਹਾਰਾਜ ਉਹ ਵੀ ਗੱਲ ਠੀਕ ਨਹੀਂ ਹੈ। ਤੁਮ ਪਹਿ ਕਹੀ ਨਹੀਂ ਬਨ ਆਵਹਿ। ਇਹ ਮੇਰੇ ਮਾਲਕ ਜੀ ਤੁਹਾਡੇ ਕੋਲ ਹੁਣ ਮੇਰੀ ਕਹਿਣ ਦੀ ਆਪਣਾ ਸਮਰੱਥਾ ਹੀ ਨਹੀਂ ਹੈ। ਸੋ ਮਹਾਰਾਜ ਮੇਰੀ ਸ਼ਕਤੀ ਨਹੀਂ ਮੈਂ ਤੁਹਾਡੇ ਕੋਲ ਕੁਝ ਕਹਿ ਸਕਾਂ। ਜਿਉ ਭਾਵੈ ਤਿਉ ਬਨਤ ਬਨਾਏ। ਬਸ ਮੇਰੀ ਅਰਦਾਸ ਤੇ ਹੁਣ ਜਿਵੇਂ ਤੁਹਾਨੂੰ ਚੰਗਾ ਲੱਗ ਉਹੋ ਜੀ ਬਣਤ ਬਣਾ ਦਿਓ ਮਹਾਰਾਜ। ਭਈ ਹੁਣ ਇੱਕ ਲੋਕ ਦੇ ਨਾਲ ਨਹੀਂ ਸਰਦਾ। ਸੋ ਐਸ ਲੋਕ 'ਚ ਧਨ ਵੀ ਚਾਹੀਦਾ ਤੇ ਪਰਲੋਕ ਜਮਾਂ ਤੋਂ ਵੀ ਬਚਣਾ ਹੈ। ਹੁਣ ਜਿੱਦਾਂ ਮਰਜੀ ਬਣਤ ਬਣਾ ਦਿਓ, ਮੇਰੀ ਮੰਗ ਇਹ ਹੈ। ਗੁਰ ਅਮਰਦਾਸ ਤੇਜੋ ਕੇ ਨੰਦਨ। ਧੰਨ ਗੁਰੂ ਅਮਰਦਾਸ ਮਹਾਰਾਜ ਪਿਤਾ ਤੇਜੋ ਜੀ ਦੇ ਸੁਪੁੱਤਰ ਜੀ। ਦੋਨੋਂ ਨਿਰਮਲ ਪੱਖ ਚਲਾਏ। ਤੁਸੀਂ ਆ ਕੇ ਦੁਨੀਆ 'ਚ ਦੋਨੋਂ ਹੀ ਪੱਖ ਜਿਹੜੇ ਨੇ ਲੋਕ ਤੇ ਪਰਲੋਕ ਦੇ ਸੁੱਖ ਦੇ ਸੋ ਬੜੇ ਨਿਰਮਲ ਆਪ ਜੀ ਨੇ ਪ੍ਰਵਾਹ ਚਲਾਏ ਹੋਏ ਆ। ਚੌਪਈ ਸਤ ਨਾਮ ਜੇ ਦੇਵੈ ਜਨ ਕੋ। ਜੇ ਤੁਸੀਂ ਸੱਚਾ ਨਾਮ ਪਰਮੇਸ਼ਰ ਦਾ ਹੈ ਆਪਣੇ ਸੇਵਕ ਨੂੰ ਦੇਵੋ ਤਾਂ ਰਹਿਦਾਰ ਦੀ ਪਾਏ ਨ ਧਨ ਕੋ। ਜੇ ਧਨ ਮਿਲੇ ਨਾ ਤੇ ਗਰੀਬ ਰਹੇ ਦੁਨੀਆ 'ਚ। ਇਹਾਂ ਲੋਕ ਪ੍ਰਤਾਪ ਨ ਜਨ ਹੈ। ਇੱਥੇ ਲੋਕ ਮਹਾਰੇ ਕੋਈ ਪ੍ਰਤਾਪ ਜਾਣਦਾ ਹੀ ਨਹੀਂ ਹੈ ਬਿਨਾਂ ਧਨ ਤੋਂ। ਇਹ ਰੰਕ ਹੀਨੋ ਪਹਿਚਾਨ ਹੈ। ਤੇ ਜਾਣਨ ਕੇ ਤਾਂ ਗਰੀਬ ਕੰਗਾਲ ਹੈ, ਉਹਨੂੰ ਸਾਰੇ ਨੀਵਾਂ ਹੀ ਜਾਣਦੇ ਹਨ, ਹੀਣਾ ਹੀ ਜਾਣਦੇ ਆ। ਤੁਮਰੀ ਦਾਤ ਨ ਜਾਣੇ ਕੋਈ। ਤੁਹਾਡੀ ਐਡੀ ਵੱਡੀ ਨਾਮ ਦੀ ਦਾਤ ਨੂੰ ਕੋਈ ਜਾਣਦਾ ਹੀ ਨਹੀਂ ਆ। ਫਿਰ ਸੁਖ ਪਰਲੋਕ ਨਹਿ ਪਾਵਹਿ ਸੋਈ। ਉਹ ਪਰਲੋਕ ਦੇ ਵਿੱਚ ਸੁਖ ਨਹੀਂ ਹੋ ਸਕਦਾ ਉਸ ਨੂੰ। ਜੇ ਕਰ ਧਨ ਦੇਵੋ ਨਿਜ ਜਨ ਕੋ। ਜੇ ਧਨ ਤੁਸੀਂ ਦਿਓ ਆਪਣੇ ਸੇਵਕ ਨੂੰ। ਭੋਗਹਿ ਅਨਕ ਰੀਤ ਵਿਸ਼ਯਨ ਕੋ। ਅਨੇਕ ਪ੍ਰਕਾਰ ਦੇ ਕਿਉਂਕਿ ਕੈਸ਼ ਅਤੇ ਐਸ਼ ਜਿਹੜੇ ਅਮੀਰ ਲੋਕ ਨੇ ਮੁੜ ਕੇ ਸੋ ਇਸ ਪ੍ਰਕਾਰ ਵਿਕਾਰਾਂ 'ਚ ਪੈ ਜਾਂਦੇ ਹਨ। ਬਿਨਾ ਨਾਮ ਜਮ ਕੇ ਬਸ ਪਰੈ। ਨਾਮ ਤੋਂ ਬਿਨਾ ਮਹਾਰਾਜ ਜਮਾਂ ਦੇ ਵਾਸੀ ਪੈਂਦੇ ਆ ਪਰਲੋਕ ਵਿੱਚ। ਨਾਨਾ ਨਰਕ ਵਿਖੇ ਦੁਖ ਭਰੈ। ਫਿਰ ਆਪਣੇ ਨਰਕਾਂ ਦੇ ਵਿੱਚ ਪੈ ਕੇ ਅਨੇਕ ਪ੍ਰਕਾਰ ਦੇ ਦੁੱਖ ਭੋਗਦੇ ਹਨ। ਨਹੀਂ ਆਪ ਕੀ ਦਾਤ ਪਛਾਨ ਹੈ। ਮਹਾਰਾਜ ਆਪ ਜੀ ਦੀ ਦਾਤ ਦਿੱਤੀ ਹੋਣੀ ਪਛਾਣਨਗੇ ਹੀ ਨਹੀਂ। ਫਿਰ ਸਭ ਸੰਕਟ ਪ੍ਰਾਪਤ ਜਿਸ ਜਨ ਹੈ। ਇਸ ਪ੍ਰਕਾਰ ਸਾਰੇ ਹੀ ਸੰਕਟ ਦੁੱਖ ਹੀ ਪ੍ਰਾਪਤ ਹੁੰਦੇ ਆ। ਫਿਰ ਦੋਨੋਂ ਲੋਕ ਆਪ ਕੋ ਦਾਨ। ਇਸ ਵਾਸਤੇ ਮਹਾਰਾਜ ਜਿਹੜਾ ਦੋਨਾਂ ਲੋਕਾਂ ਦੇ ਸੁਖ ਦਾ ਦਾਨ ਹੈ। ਬਿਦਤੈ ਜਨ ਪਾਵਹਿ ਕਲਿਆਣ। ਤੁਹਾਡੇ ਸੇਵਕ ਦੀ ਤਾਂ ਹੀ ਕਲਿਆਣ ਹੈ ਜੇ ਦੋਨਾਂ ਲੋਕਾਂ ਦਾ ਸੁਖ ਬਿਦਤ ਪ੍ਰਗਟ ਹੋ ਜਾਏ, ਮਿਲ ਜੇ ਸਿੱਖ ਨੂੰ। ਕਹਿਨ ਬਨਹਿ ਨਹਿ ਰਾਵਰ ਪਾਸ। ਪਰ ਮਹਾਰਾਜ ਤੁਹਾਡੇ ਕੋਲ ਹੁਣ ਕਹਿਣਾ ਨਹੀਂ ਬਣਦਾ, ਮੈਂ ਕੀ ਆਖਾਂ ਜੀ। ਜਿਮ ਜਾਨੋ ਤਿਮ ਪੂਰਹੁ ਆਸ। ਹੁਣ ਜਿੱਦਾਂ ਮਰਜੀ ਆ ਮੇਰੀ ਆਸਾ ਤੇ ਇਹੋ ਹੀ ਹੈ ਵੀ ਐਸ ਲੋਕ ਦੇ ਵਿੱਚ ਵੀ ਸੁਖ ਮਿਲੇ ਤੇ ਪਰਲੋਕ ਵਿੱਚ ਵੀ ਨਰਕਾਂ ਤੋਂ ਬਚ ਜਾਈਏ। ਦੋਨਾਂ ਲੋਕਾਂ ਦੇ ਵਿੱਚ ਮਹਾਰਾਜ ਸੁਖ ਜਿਹੜਾ ਇਹ ਬਖਸ਼ਿਸ਼ ਕਰੋ। ਲੋਕ ਪਰਲੋਕ ਮਲੀਨ ਬਹੀਨ। ਤੋ ਇਸ ਪ੍ਰਕਾਰ ਲੋਕ ਤੇ ਪਰਲੋਕ ਸੋ ਇਸ ਪ੍ਰਕਾਰ ਮੈਲ ਤੋਂ ਬਿਨਾ ਜਿਹੜੇ ਦਾਸ ਦੇ ਸੇਵਕ ਦੇ ਇਹ ਸੁਖੀ ਹੋ ਜਾਣ, ਇਉਂ ਕਿਰਪਾ ਕਰੋ। ਤੁਮਰੋ ਜਨ ਹੋਵੇ ਸੁਖ ਲੀਨ। ਤੁਹਾਡੇ ਜਨ ਨੂੰ ਸੁਖ ਹੋਵੇ, ਸੁਖ ਪ੍ਰਾਪਤ ਹੋ ਜਾਵੇ, ਸੁਖੀ ਹੋ ਜਾਏ। ਇਮ ਕਹਿ ਬੰਦਨ ਦਿਜ ਨੇ ਕਰੀ। ਇਉਂ ਬੇਨਤੀ ਕਰਕੇ ਮਹਾਰਾਜ ਮੱਥਾ ਟੇਕਦਾ ਹੈ ਪੰਡਤ ਨੇ। ਦੁਵੈ ਲੋਕਨ ਸੁਖ ਕਾਂਖਾ ਧਰੀ। ਤੇ ਦੋਨੇ ਲੋਕਾਂ ਦੀ ਇੱਛਾ ਮਨ 'ਚ ਧਾਰਨ ਕੀਤੀ ਆ ਵੀ ਸਤਿਗੁਰੂ ਮੇਰੇ ਦੋਨਾਂ ਲੋਕਾਂ ਦਾ ਸੁਖ ਬਖਸ਼ੋ। ਪਿਖ ਸਤਿਗੁਰ ਦਿਜ ਕੀ ਚਤੁਰਾਈ। ਹੁਣ ਮਹਾਰਾਜ ਸਤਿਗੁਰੂ ਨੇ ਜਾਣ ਲਿਆ ਵੀ ਪੰਡਤ ਹੈ ਨਾ ਚਤੁਰ ਸਿਆਣਾ ਹੈ। ਇਉਂ ਜਾਣ ਕੇ ਸਿਆਣਪ ਨੂੰ ਭਏ ਪ੍ਰਸੰਨ ਤਨਕ ਮੁਸਕਾਈ। ਮੇਰੇ ਸਤਿਗੁਰੂ ਜੀ ਖੁਸ਼ ਹੋ ਗਏ, ਹੱਸ ਪਏ ਨੇ, ਮੁਸਕਰਾਉਣ ਲੱਗ ਪਏ ਹਨ ਪੰਡਤ ਦੇ ਐਸੀ ਸਿਆਣਪ ਨੂੰ ਦੇਖ ਕੇ। ਕਹਿਓ ਬਾਕ ਦੋਨੋਂ ਤੁਮ ਲੇਹੋ। ਤੇ ਮੇਰੇ ਸਤਿਗੁਰੂ ਕਹਿਣ ਲੱਗੇ ਕੋਈ ਨਹੀਂ ਫਿਰ ਪੰਡਤ ਦੁਰਗਾ ਦਾਸ, ਭਈ ਜੇ ਤੇਰੀ ਫਿਰ ਇਹੀ ਇੱਛਾ ਨਾ ਹੈ ਤੇ ਤੂੰ ਦੋਨੋਂ ਹੀ ਦਾਤਾਂ ਪ੍ਰਾਪਤ ਕਰ ਲੈ। ਤੈਨੂੰ ਲੋਕ ਤੇ ਪਰਲੋਕ ਦੇ ਦੋਨਾਂ ਦੇ ਸੁਖ ਬਖਸ਼ ਦਿੱਤੇ। ਪ੍ਰਾਪਤ ਹੋਵੇ ਸੁਖ ਅਬਹਿ ਅਸ਼ੇਹੋ। ਤੋ ਅਸ਼ੇਹੋ ਇੱਕ ਰਸ ਦੋਨਾਂ ਲੋਕਾਂ ਦੇ ਤੈਨੂੰ ਹੁਣ ਤੋਂ ਸੁਖ ਪ੍ਰਾਪਤ ਹੋ ਜਾਣਗੇ। ਜਬ ਲੋ ਜੀਵ ਧਨ ਬਹੁ ਪਾਵਹੋ। ਜਦੋਂ ਤੱਕ ਤੁਹਾਡਾ ਸੰਸਾਰ ਵਿੱਚ ਜੀਵਨ ਪ੍ਰਾਰਬਧ ਕਰਕੇ ਰਹੇਗਾ ਸੋ ਤੁਹਾਨੂੰ ਧਨ ਦੀ ਕਮੀ ਨਹੀਂ ਹੋਵੇਗੀ। ਸਿਮਰੋ ਸਤਨਾਮ ਲਿਵ ਲਾਭੋ। ਤੇ ਸੱਚੇ ਨਾਮ ਦਾ
ਇਸ ਪ੍ਰਕਾਰ ਸਤਨਾਮ ਵਾਹਿਗੁਰੂ ਦੇ ਲਿਵ ਲਾ ਕਰਕੇ ਸਿਮਰਨ ਕਰੋ। ਅੰਤ ਸਮੇਂ ਜਮ ਨਹਿ ਦਰਸੈ ਹੋ। ਤੇ ਅੰਤ ਸਮੇਂ ਨੂੰ ਜਮਦੂਤਾਂ ਨੂੰ ਤੁਸੀਂ ਦੇਖੋਗੇ ਨਹੀਂ, ਜਮਦੂਤ ਨਹੀਂ ਆਉਣਗੇ ਤੁਹਾਨੂੰ ਦਿਖਾਈ ਦੇਣ ਵਾਸਤੇ। ਪੁੰਨਵਾਨ ਕੇ ਲੋਕ ਸਿਧੈ ਹੋ। ਸਦਾਇ ਹੋ ਕਹਿੰਦੇ ਜਿਹੜੇ ਪੁੰਨਵਾਨ ਲੋਕ ਭਾਵ ਸਵਰਗ ਤੋਂ ਹੈ ਸੁਖ ਜਿੱਥੇ ਹੈ, ਕਹਿੰਦੇ ਉਸ ਲੋਕ ਵਿੱਚ ਜਾਓਗੇ ਬੈਕੁੰਠ ਵਿੱਚ। ਬਾਰਲੇ ਕਰ ਦਿਜ ਬਰ ਹਰਖਾਇਵ। ਜਦੋਂ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਤੇ ਬ੍ਰਾਹਮਣ ਬਹੁਤ ਖੁਸ਼ ਹੋਇਆ, ਦੁਰਗਾਦਾਸ ਪੰਡਤ। ਜਨਮ ਮਰਨ ਸੰਦੇਹ ਮਿਟਾਇਵ। ਹੁਣ ਮਨ ਦੇ ਵਿੱਚੋਂ ਸੋ ਜਨਮ ਦਾ ਮਰਨ ਦਾ ਸ਼ੰਕਾ ਸਾਰਾ ਮਿਟ ਗਿਆ ਹੈ। ਨਮਸਕਾਰ ਕਰ ਸਦਨ ਸਿਧਾਰਾ। ਇਹ ਖੁਸ਼ੀਆਂ ਲੈ ਕੇ ਮੇਰੇ ਸਤਿਗੁਰੂ ਅਮਰਦਾਸ ਦੀਆਂ ਇਹ ਪੰਡਤ ਜਿਹੜਾ ਸੀ ਆਪਣੇ ਘਰ ਨੂੰ ਗਿਆ ਹੈ। ਤਬ ਤੇ ਪ੍ਰਾਪਤ ਦਰਬ ਉਦਾਰਾ। ਹੁਣ ਭਾਈ ਇਸ ਪ੍ਰਕਾਰ ਗੁਰੂ ਦਾ ਬਚਨ ਸੀ, ਤਪੱਸਿਆ ਕਰਕੇ ਧਨ ਬੜਾ ਮਿਲ ਗਿਆ ਇਸ ਨੂੰ। ਸਗਰੀ ਚਿੰਤਾ ਹਿਰਦੇ ਬਿਨਾਸੀ। ਸਾਰੀ ਮਨ ਦੀ ਚਿੰਤਾ ਦੂਰ ਹੋ ਗਈ ਆ, ਗਰੀਬੀ ਦੂਰ ਹੋ ਗਈ। ਅਨਕ ਭਾਂਤ ਕੇ ਲਹਿ ਸੁਖ ਰਾਸੀ। ਬੜੇ ਭਾਰੀ ਅਨੇਕ ਤਰੀਕਿਆਂ ਦੇ ਸੁੱਖ ਮੇਰੇ ਸਤਿਗੁਰੂ ਦੇ ਬਚਨਾਂ ਕਰਕੇ ਪ੍ਰਾਪਤ ਹੋਏ ਇਸ ਨੂੰ। ਅੰਤ ਸਮਾਂ ਜਬ ਪ੍ਰਾਪਤ ਹੋਵਾ। ਜਦੋਂ ਕਹਿੰਦੇ ਅੰਤ ਸਮਾਂ ਇਸ ਦਾ ਆਇਆ ਤਾਂ ਨਹੀਂ ਨਰਕ ਕੋ ਸੰਕਟ ਜੋਵਾ। ਫਿਰ ਇਹਨੂੰ ਨਰਕਾਂ ਦਾ ਦੁੱਖ ਜਿਹੜਾ ਉਹ ਸਹਾਰਨਾ ਨਹੀਂ ਪਿਆ ਹੈ। ਪੁੰਨਵਾਨ ਪੁਰਖਨ ਗਤ ਪਾਈ। ਇਸ ਨੇ ਜੋ ਪੁੰਨੀ ਪੁਰਖਾਂ ਦੀ ਬੈਕੁੰਠ ਦੀ ਪ੍ਰਾਪਤੀ ਹੁੰਦੀ ਉਹ ਸੁਖ ਪ੍ਰਾਪਤ ਕੀਤਾ ਹੈ। ਸ੍ਰੀ ਸਤਿਗੁਰ ਕੀ ਦਾਤ ਸੁਹਾਈ। ਮੇਰੇ ਧੰਨ ਸਤਿਗੁਰੂ ਦੀ ਸੋਭਨੀਕ ਦਾਤ ਜਿਹੜੀ ਹੈ ਇਸ ਨੂੰ ਪ੍ਰਾਪਤ ਹੋਈ ਹੈ। ਤਹਾਂ ਰਾਤ ਬਸ ਕਰ ਗੋਸਾਈ। ਮੇਰੇ ਸਵਾਮੀ ਸਤਿਗੁਰੂ ਜੀ ਰਾਤ ਵਾਸਾ ਕੀਤਾ ਉੱਥੇ। ਭਈ ਪ੍ਰਾਤ ਜਾਗੇ ਸਮੁਦਾਈ। ਜਦੋਂ ਅੰਮ੍ਰਿਤ ਵੇਲਾ ਹੋਇਆ ਸਾਰੇ ਜਾਗੇ ਹਨ। ਨਿਤ ਕੀ ਕਿਰਿਆ ਕੀਨ ਇਸ਼ਨਾਨੇ। ਨਿਤ ਦੀ ਕਿਰਿਆ ਅਨੁਸਾਰ ਸਭ ਨੇ ਇਸ਼ਨਾਨ ਕੀਤਾ। ਸੰਗਤ ਭੀਰ ਸੰਗ ਪ੍ਰਸਥਾਨੇ। ਸੰਗਤਾਂ ਦੀ ਭੀੜ ਨੂੰ ਨਾਲ ਲਾ ਕੇ ਮੇਰੇ ਸਤਿਗੁਰੂ ਜੀ ਅੱਗੇ ਚੱਲੇ ਹਨ। ਸਨੇ ਸਨੇ ਮਗ ਇਸੀ ਪ੍ਰਕਾਰ। ਹੌਲੀ ਹੌਲੀ ਰਸਤੇ ਵਿੱਚ ਇਸੇ ਤਰੀਕੇ ਦੇ ਨਾਲ ਸੰਗਤਾਂ ਨੂੰ ਤਾਰਦੇ ਹੋਏ ਚੱਲੇ ਸਤਿਗੁਰੂ ਜੀ। ਨਿਤ ਉੱਠ ਚੱਲਹਿ ਗੁਰੂ ਸੁਖਕਾਰ। ਸੁੱਖਾਂ ਦੇ ਦੇਣ ਵਾਲੇ ਮੇਰੇ ਸਤਿਗੁਰੂ ਜੀ ਨਿਤ ਉੱਠ ਕਰਕੇ ਇਉਂ ਸਫ਼ਰ ਕਰਦੇ ਗੋਇੰਦਵਾਲ ਨੂੰ ਜਾ ਰਹੇ ਨਾ ਗੰਗਾ ਤੋਂ। ਪ੍ਰਾਪਤ ਭਏ ਬਲੋਕਤ ਦੇਸ। ਤੋ ਮੇਰੇ ਸਤਿਗੁਰੂ ਜੀ ਜਿਹੜੇ ਜਿਹੜੇ ਦੇਸ਼ ਇਲਾਕਿਆਂ ਦੇ ਵਿੱਚ ਦੀ ਲੰਘਦੇ ਨੇ ਤੋ ਇਸ ਸੰਗਤਾਂ ਦਰਸ਼ਨ ਕਰਦੀਆਂ ਹਨ। ਮਹਾਰਾਜ ਸਭ ਸੰਗਤਾਂ ਨੂੰ ਦਰਸ਼ਨ ਦੇ ਕੇ ਅੱਗੇ ਚੱਲਦੇ ਨੇ। ਬੋਲਤ ਜੈ ਜੈਕਾਰ ਅਸ਼ੇਸ। ਸਭ ਸੰਗਤਾਂ ਦਰਸ਼ਨ ਕਰਕੇ ਧੰਨ ਗੁਰੂ ਅਮਰਦਾਸ ਦੀ ਜੈ ਜੈਕਾਰ ਕਰਦੀਆਂ ਹਨ। ਜਮਨਾ ਉਲੰਘੇ ਦੇਸ ਅਗਾਰੇ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਜਮਨਾ ਨੂੰ ਪਾਰ ਕੀਤਾ, ਅਗਲੇ ਇਲਾਕੇ ਦੇਖੇ ਹਨ। ਪੁਨ ਆਏ ਸਤਦਰਵ ਕਿਨਾਰੇ। ਸਤੰਦਰਬ ਸਤਲੁਜ ਦੇ ਕਿਨਾਰੇ ਪਹੁੰਚ ਗਏ ਫਿਰ ਸਤਿਗੁਰੂ ਜੀ। ਚੜੇ ਤਰੀ ਪਰ ਹੋਏ ਪਾਰ। ਤੇ ਮੇਰੇ ਸਤਿਗੁਰੂ ਜੀ ਬੇੜੀ ਤੇ ਸਵਾਰ ਹੋ ਕੇ ਪਾਰ ਹੋਏ ਨੇ। ਦੇਸ ਦੁਆਬੇ ਕੇਰ ਮਝਾਰ। ਦੁਆਬਾ ਦੇਸ਼ ਜਿਹੜਾ ਹੈ ਇਸ ਪਰ ਦੁਆਬਾ ਜਿਹਦੇ ਦੋ ਆਬ ਦੋ ਦਰਿਆਵਾਂ ਦੀ ਵਿਚਲੀ ਜਗ੍ਹਾ ਨੂੰ ਦੁਆਬਾ ਕਹਿੰਦੇ ਆ। ਸਨੇ ਸਨੇ ਉਲੰਘਿਓ ਜਬ ਸਾਰੋ। ਸੋ ਸਾਰਾ ਹੌਲੀ ਹੌਲੀ ਦੁਆਬੇ ਦਾ ਦੇਸ਼ ਇਲਾਕਾ ਜਲੰਧਰ ਵਾਲਾ ਲੰਘੇ ਹਨ ਤਾਂ ਤੀਰ ਬਿਪਾਸਾ ਆਨ ਨਿਹਾਰੋ। ਬਿਆਸਾ ਨਦੀ ਦੇ ਕਿਨਾਰੇ ਆਣ ਮਹਾਰਾਜ ਨੇ ਦਰਸ਼ਨ ਦਿੱਤੇ ਹਨ। ਗੋਇੰਦਵਾਲ ਜਬ ਇਹ ਸੁਧ ਆਈ। ਸ੍ਰੀ ਗੋਇੰਦਵਾਲ ਸਾਹਿਬ ਜਦੋਂ ਖਬਰ ਪਹੁੰਚੀ ਹੈ। ਰਾਮਦਾਸ ਲੈ ਨਰ ਸਮੁਦਾਈ। ਧੰਨ ਰਾਮਦਾਸ ਮਹਾਰਾਜ ਜੀ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਅੱਗੋਂ ਆਏ ਸਤਿਕਾਰ ਲਈ। ਜੁਤ ਉਤਸ਼ਾਹ ਅਗਾਰੀ ਚਾਲੇ। ਤੋ ਬੜੇ ਉਤਸ਼ਾਹ ਦੇ ਨਾਲ ਅੱਗੇ ਚੱਲੇ ਹਨ। ਪਠੈ ਸ਼ਬਦ ਕਰ ਪ੍ਰੇਮ ਵਿਸਾਲੇ। ਬੜਾ ਭਾਰੀ ਪ੍ਰੇਮ ਕਰਕੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਆ ਰਹੇ ਨੇ ਭਾਵਨਾ ਸਹਿਤ। ਦਰਸ਼ਨ ਕਰੇ ਜਾਏ ਸੁਖ ਰਾਸੀ। ਤੇ ਜਾ ਕਰਕੇ ਹਜੂਰ ਦੇ ਨੇੜੇ ਦਰਸ਼ਨ ਕੀਤੇ ਹਨ ਸਤਿਗੁਰਾਂ ਦੇ ਸੰਗਤ ਸਮੇਤ। ਧਰਹਿਆ ਕੋਰ ਚਰਨ ਕੇ ਪਾਸੀ। ਤੋ ਸੰਗਤਾਂ ਨੇ ਮਹਾਰਾਜ ਦੇ ਚਰਨਾਂ ਤੇ ਭੇਟਾਂ ਰੱਖੀਆਂ ਹਨ। ਸਭ ਕੀ ਕੁਸ਼ਲ ਬੂਝ ਸਤਕਾਰੇ। ਮੇਰੇ ਸਤਿਗੁਰਾਂ ਨੇ ਸੁਖ ਸ਼ਾਂਤ ਪੁੱਛੀ, ਸਭ ਦਾ ਸਤਿਕਾਰ ਕੀਤਾ। ਰਾਮਦਾਸੋਂ ਬਾਕੂ ਉਚਾਰੇ। ਰਾਮਦਾਸ ਜੀ ਨੂੰ ਇਉਂ ਬਚਨ ਕੀਤਾ ਮਹਾਰਾਜ ਨੇ। ਤੁਮਕੋ ਗਏ ਸੌਂਪ ਸਭ ਕਾਰੀ। ਭਾਈ ਤੁਹਾਨੂੰ ਸਾਰੀ ਜ਼ਿੰਮੇਵਾਰੀ ਸੌਂਪ ਕੇ ਗਏ ਸੀ ਅਸੀਂ। ਕੁਸ਼ਲ ਸੰਗ ਸੋ ਭਲੇ ਸੰਭਾਰੀ। ਤੁਸੀਂ ਕਹਿੰਦੇ ਕਿ ਸੋਹਣੇ ਤਰੀਕੇ ਨਾਲ ਸਾਂਭੀ ਆ, ਠੀਕ ਚੱਲ ਰਿਹਾ ਕਾਰਜ ਸਾਰਾ। ਅਨੰਦ ਸਮੇਤ ਅਪਰ ਸਭ ਅਹੈ। ਭਾਈ ਬਾਕੀ ਸਾਰੇ ਸੇਵਕ ਜਿਹੜੇ ਨੇ ਹੋਰ ਨਗਰੀ ਦੇ ਲੋਕ ਸਾਰੇ ਸੁਖ ਦੇ ਸਮੇਤ ਹਨ ਤਾਂ ਦੱਸੋ। ਗੋਇੰਦਵਾਲ ਵਿਖੇ ਜੇ ਰਹੇ। ਜਿਹੜੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਵਾਸਾ ਕਰਦੇ ਹਨ। ਹਾਥ ਜੋੜ ਕਰ ਸਕਲ ਬਤਾਈ। ਹੱਥ ਜੋੜ ਕਰਕੇ ਸਾਰੀ ਬੇਨਤੀ ਦੱਸੀ ਹੈ। ਪ੍ਰਭ ਤੁਮਨੇ ਸਭ ਸੁਖ ਵਰਤਾਈ। ਇਹ ਮੇਰੇ ਸਤਿਗੁਰੂ ਜੀ ਸਾਰੇ ਹੀ ਸੁਖ ਤੁਸਾਂ ਨੇ ਵਰਤਾਏ ਹਨ ਬਖਸ਼ਿਸ਼ ਕਰਕੇ। ਜੇਤਕ ਜਿਸ ਤੇ ਕਾਰ ਕਰਾਈ। ਜਿੰਨੀ ਕੁ ਤੁਸਾਂ ਕਿਰਪਾ ਕਰਕੇ ਸੇਵਾ ਕਿਸ ਕੋ ਲਈ ਆ ਮਹਾਰਾਜ ਓਨੀ ਉਹਨੇ ਕੀਤੀ ਹੈ। ਤੇਤਕ ਭਈ ਕੁਸ਼ਲ ਸਮੁਦਾਈ। ਓਨੀ ਕੁ ਸਾਰਿਆਂ ਨੂੰ ਖੁਸ਼ੀ ਆ ਜਿੰਨੀ ਕੁ ਤੁਸਾਂ ਬਖਸ਼ਿਸ਼ ਕੀਤੀ ਹੈ। ਭਾਵ ਆਪਣੀ ਮੇਰ ਨਹੀਂ ਹੈ, ਹਉਮੈ ਨਹੀਂ ਹੈ ਸਤਿਗੁਰਾਂ ਤੇ ਹੈ ਮਹਾਰਾਜ। ਤੋ ਆਪ ਜੀ ਬੇਸ਼ੱਕ ਜ਼ਿੰਮੇਵਾਰੀ ਦੇਖ ਕੇ ਗਏ ਸੀ,
ਪਰ ਜਿੰਨੀ ਕੁ ਕਿਸੇ ਨੂੰ ਸਮਰੱਥਾ ਬਖਸ਼ੀ ਓਨੀ ਸੇਵਾ ਆਪ ਜੀ ਨੇ ਲੈ ਲਈ ਹੈ। ਕਿਮ ਮਿਲ ਸਕਲ ਨਰਨ ਕੇ ਸਾਥ, ਇਉਂ ਸਾਰੇ ਲੋਕਾਂ ਦੇ ਸਮੇਤ ਮਿਲ ਕਰਕੇ ਸਤਿਗੁਰੂ ਰਾਮਦਾਸ ਜੀ ਉਤਰੇ ਪਾਰ ਬਿਪਾਸਾ ਨਾਥ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ, ਬਿਆਸਾ ਨਦੀ ਨੂੰ ਫਿਰ ਪਾਰ ਕੀਤਾ ਹੈ। ਪੁਰ ਮਹਿ ਪ੍ਰਵੇਸੇ ਮੰਗਲ ਕਰਤੇ, ਤੋ ਪੁਰੀ ਦੇ ਵਿੱਚ ਬਹੁਤ ਖੁਸ਼ੀਆਂ ਕਰਦੇ ਹੋਏ ਪ੍ਰਵੇਸ਼ ਕੀਤਾ ਸੰਗਤਾਂ ਸਹਿਤ। ਦਰਸ ਹੈ ਤ੍ਰਿਏ ਨਰ ਹਰਖ ਸੋ ਧਰਤੇ, ਤੋ ਇੱਥੇ ਦੇ ਜਿੰਨੇ ਵਾਸੀ ਲੋਕ ਇਸਤਰੀਆਂ ਪੁਰਸ਼ ਸੰਗਤਾਂ ਸਨ, ਸਾਰੇ ਹੀ ਮਹਾਰਾਜ ਦੇ ਦਰਸ਼ਨ ਕਰਦੇ ਖੁਸ਼ ਹੁੰਦੇ ਹਨ। ਆਏ ਬਿਰਾਜੇ ਆਪਨ ਸਥਾਨ, ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਪਾਵਨ ਸਥਾਨ ਤੇ ਆਣ ਕੇ ਬਿਰਾਜਮਾਨ ਹੋਏ ਹਨ। ਮੰਗਲ ਹੋਤ ਅਨੇਕ ਵਿਧਾਨ, ਅਨੇਕ ਵਿਧੀਆਂ ਦੇ ਮੰਗਲ ਸੁਖ ਹੁੰਦੇ ਹਨ। ਉੱਥੇ ਜਦੋਂ ਪਹੁੰਚੇ ਮਹਾਰਾਜ ਖੁਸ਼ੀਆਂ ਹੋਈਆਂ। ਜੋ ਗ੍ਰਾਮਨ ਕੇ ਸੰਗੀ ਹੁਤੇ, ਜਿਹੜੇ ਇਸ ਪ੍ਰਕਾਰ ਗ੍ਰਾਮਾਂ ਦੇ ਪਿੰਡਾਂ ਦੇ ਸੰਗੀ ਸਨ ਮੇਰੇ ਸਤਿਗੁਰਾਂ ਦੇ ਪ੍ਰੇਮੀ, ਕਰ ਬੰਧਨ ਘਰ ਗਮਨੇ ਤਿਤੇ, ਸਾਰੇ ਹੀ ਭਾਈ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ, ਯਾਤਰਾ ਕੀਤੀ ਤੇ ਫਿਰ ਨਮਸਕਾਰਾਂ ਕਰਕੇ ਆਪੋ ਆਪਣੇ ਸਥਾਨਾਂ ਨੂੰ ਘਰਾਂ ਨੂੰ ਗਏ ਹਨ। ਸੋ ਜਸ ਕਰਤ ਬਹੁ ਸਤਿਗੁਰ ਕੇਰਾ, ਤੇ ਘਰਾਂ ਵਿੱਚ ਜਾ ਜਾ ਕੇ ਹੁਣ ਬੜਾ ਜਸ ਕਰਦੇ ਨੇ, ਸਾਰਿਆਂ ਨੂੰ ਦੱਸਦੇ ਨੇ ਮੇਰੇ ਸਤਿਗੁਰਾਂ ਕੀ ਬਖਸ਼ਿਸ਼ਾਂ ਕੀਤੀਆਂ, ਕਿਹੜੇ ਤੀਰਥ ਤੇ ਚਰਨ ਪਾਏ, ਤੇ ਜੋ ਕੌਤਕ ਕੀਤੇ ਮਹਾਰਾਜ ਦੇ, ਸਭ ਸੰਗਤਾਂ ਜਸ ਕਰਦੀਆਂ ਨੇ ਜਾ ਕੇ। ਫੈਲਿਓ ਦੇਸ ਵਿਦੇਸ਼ ਬਡੇਰਾ, ਦੇਸ਼ਾਂ ਵਿੱਚ ਵਿਦੇਸ਼ਾਂ ਦੇ ਵਿੱਚ ਇਲਾਕਿਆਂ ਵਿੱਚ ਮੇਰੇ ਸਤਿਗੁਰੂ ਦਾ ਜਸ ਫੈਲਿਆ, ਗੁਰੂ ਅਮਰਦਾਸ ਦਾ। ਕਰਤ ਅਨਕ ਜੀਵਨ ਕਲਿਆਣ, ਅਨੇਕ ਜੀਵਾਂ ਦਾ ਕਲਿਆਣ ਕਰਦੇ ਹਨ ਸਤਿਗੁਰੂ ਅਮਰਦਾਸ ਜੀ। ਦਿਓਸ ਬਿਤਾਵਹਿ ਗੁਰ ਭਗਵਾਨ, ਇਸ ਤਰੀਕੇ ਦੇ ਨਾਲ ਦਿਵਸ ਦਿਨ ਗੁਜ਼ਾਰਦੇ ਨੇ ਭਗਵਾਨ ਰੂਪ ਸਤਿਗੁਰੂ ਜੀ। ਦੋਹਰਾ ਪ੍ਰਥਮ ਰੀਤ ਨਿਤ ਚਲਤ ਤਿਮ, ਜਿਵੇਂ ਪਹਿਲਾਂ ਮਹਾਰਾਜ ਮਰਜ਼ਾਦਾ ਬਣਾਈ ਹੈ ਉਸੇ ਤਰ੍ਹਾਂ ਹੀ ਮਰਜ਼ਾਦਾ ਚੱਲ ਰਹੀ ਸਾਰੀ। ਦੇਗ ਕਰਨ ਤੇ ਆਦ, ਗੁਰੂ ਦੇ ਲੰਗਰ ਆਦਿ ਦੀ ਸੇਵਾ ਕਰਨ ਤੋਂ ਜੋ ਨਿਯਮ ਬਣਾ ਦਿੱਤਾ ਸੀ ਵੀ ਜਿੰਨੇ ਵੀ ਗੁਰੂ ਦਾ ਦਰਸ਼ਨ ਕਰਨਾ ਪਹਿਲਾਂ ਲੰਗਰ ਬੈਠ ਕੇ ਪੰਗਤ ਵਿੱਚ ਛਕੇ, ਭਾਵ ਕਿ ਨਿਮਰਤਾ ਧਾਰੇ ਸਾਰਿਆਂ ਦੇ ਵਿੱਚ। ਸੋ ਇਸ ਪ੍ਰਕਾਰ ਭਾਈਚਾਰਾ ਸਮਝੇ, ਉੱਚੇ ਨੀਵੀਂ ਦਾ ਭੇਦ ਮਨ ਚੋਂ ਦੂਰ ਕਰੇ। ਸਿੱਖ ਸੈਂਕੜੇ ਹੋਤ ਹੈ ਪ੍ਰਾਪਤ, ਤੇ ਮੇਰੇ ਸਤਿਗੁਰੂ ਜੀ ਦੇ ਸੈਂਕੜੇ ਸਿੱਖ ਆਉਂਦੇ ਰੋਜ਼ ਦਰਸ਼ਨ ਕਰਦੇ ਹਨ, ਸਿੱਖੀ ਨੂੰ ਧਾਰਦੇ ਨੇ। ਪ੍ਰਾਪਤ ਪਰਮ ਪ੍ਰਸਾਦ, ਤੇ ਉਹਨਾਂ ਦੇ ਤਾਂ ਹੀ ਬੜੀ ਭਾਰੀ ਖੁਸ਼ੀ ਪ੍ਰਾਪਤ ਹੁੰਦੀ ਹੈ। ਦੋਹਰਾ ਧਰਮ ਧੁਰੰਤਰ ਅਮਰ ਗੁਰ, ਮੇਰੇ ਸਤਿਗੁਰੂ ਜੀ ਧਰਮ ਦੇ ਧੁਰ ਰੂਪ ਹਨ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਦਾ ਚਾਹਤ ਉਪਕਾਰ, ਤੇ ਸਦਾ ਹੀ ਪਰਉਪਕਾਰ ਜੋ ਚਾਹੁੰਦੇ ਹਨ ਕਰਨਾ। ਰਚਬੇ ਤੀਰਥ ਬਾਵਲੀ, ਤੋਂ ਬੌਲੀ ਸਾਹਿਬ ਦਾ ਤੀਰਥ ਰਚਣ ਵਾਸਤੇ, ਸਿੱਖਨ ਹੇਤ ਉਧਾਰ, ਸਿੱਖਾਂ ਦਾ ਉਧਾਰ ਕਰਨ ਵਾਸਤੇ, ਬੌਲੀ ਸਾਹਿਬ ਦੀ ਰਚਨਾ ਕਰਨ ਵਾਸਤੇ ਮੇਰੇ ਸਤਿਗੁਰਾਂ ਨੇ ਵਿਚਾਰ ਕੀਤੀ ਹੈ। ਚੌਪਈ ਇੱਕ ਦਿਨ ਸਭਾ ਮਝਾਰ ਉਚਾਰੀ, ਇੱਕ ਦਿਨ ਸਭਾ ਦੇ ਵਿੱਚ ਮੇਰੇ ਸਤਿਗੁਰਾਂ ਨੇ ਬਚਨ ਕੀਤਾ ਸੰਗਤ ਜੁੜੀ ਵਿੱਚ। ਇਹਾਂ ਬਾਵਲੀ ਲਗੇ ਉਦਾਰਾ, ਹਜੂਰ ਕਹਿੰਦੇ ਵੀ ਇੱਥੇ ਬਹੁਤ ਸੁੰਦਰ ਕਹਿੰਦੇ ਬੌਲੀ ਸਾਹਿਬ ਲੱਗੇਗੀ। ਸਿੱਖ ਸੰਗਤ ਦਰਸ਼ਨ ਕੋ ਆਵਹਿ, ਤੇ ਗੁਰੂ ਦੀਆਂ ਸਿੱਖ ਸੰਗਤਾਂ ਦਰਸ਼ਨਾਂ ਵਾਸਤੇ ਆਇਆ ਕਰਨਗੀਆਂ। ਸਭ ਮਿਲ ਗੁਰ ਤੀਰਥ ਜਲ ਨਹਾਵਹਿ, ਤੇ ਸਾਰੇ ਮਿਲ ਕਰਕੇ ਗੁਰੂ ਸਾਹਿਬ ਦਾ ਦਰਸ਼ਨ ਕਰਕੇ ਬੌਲੀ ਸਾਹਿਬ ਦੇ ਤੀਰਥ ਤੇ ਇਸ਼ਨਾਨ ਕਰਨਗੀਆਂ ਸੰਗਤਾਂ। ਇਮ ਕਹਿ ਸਤਿਗੁਰ ਆਇਸ ਦੀਨ, ਇਹੋ ਮੇਰੇ ਸਤਿਗੁਰਾਂ ਹੁਕਮ ਕੀਤਾ ਤੇ ਆਗਿਆ ਕੀਤੀ ਹੈ ਸੰਗਤਾਂ ਨੂੰ। ਲਿਖੋ ਹੁਕਮਨਾਮੇ ਹਿਤ ਚੀਨਸ, ਤੇ ਹਜੂਰ ਨੇ ਸੇਵਕਾਂ ਨੂੰ ਹੁਕਮ ਕੀਤਾ ਭਾਈ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖੋ, ਤਾਂ ਕਿ ਸੰਗਤਾਂ ਨੂੰ ਪਤਾ ਲੱਗ ਜਾਏ ਕਿ ਸਤਿਗੁਰੂ ਪਾਤਸ਼ਾਹ ਬੌਲੀ ਸਾਹਿਬ ਦਾ ਤੀਰਥ ਰਚਨਾ ਕਰਨ ਲੱਗੇ ਹਨ। ਤੀਰਥ ਕੀ ਤਿਆਰੀ ਗੁਰ ਕਰੈ, ਵੀ ਸਤਿਗੁਰੂ ਜੀ ਸੁੰਦਰ ਤੀਰਥ ਦੀ ਸੋ ਤਿਆਰੀ ਕਰ ਰਹੇ ਹਨ। ਹੋਏ ਨਿਹਾਲ ਸੇਵਾ ਹਿਤ ਧਰੈ, ਜਿਹੜੇ ਸੇਵਾ 'ਚ ਪ੍ਰੇਮ ਧਾਰਨ ਕਰਨਗੇ, ਪ੍ਰੇਮ ਧਾਰ ਕੇ ਸੇਵਾ ਕਰਨਗੇ, ਨਿਹਾਲ ਹੋ ਜਾਣਗੇ। ਪਾਰੋ ਨੇ ਲਿਖ ਸਕਲ ਪਠਾਏ, ਭਾਈ ਪਾਰੋ ਜੀ ਪਰਮਹੰਸ ਗੁਰੂ ਕੇ ਪ੍ਰੇਮੀ ਹਨ, ਉਹਨਾਂ ਨੇ ਹੁਕਮਨਾਮੇ ਲਿਖੇ ਹਨ, ਥਾਂ ਥਾਂ ਭੇਜ ਦਿੱਤੇ ਹਨ। ਔਰ ਗ੍ਰਾਮਨ ਤੇ ਸੁਨ ਸਿੱਖ ਆਏ, ਤੋ ਭਾਈ ਪੁਰੀਆਂ ਨਗਰੀਆਂ ਸ਼ਹਿਰਾਂ ਦੇ ਵਿੱਚ ਸਭਨਾਂ ਵਿੱਚ ਸੁਣ ਕਰਕੇ ਗੁਰਸਿੱਖ ਆਉਂਦੇ, ਜਿੱਥੇ ਜਿੱਥੇ ਹੁਕਮ ਪਹੁੰਚੇ ਸਤਿਗੁਰਾਂ ਦੇ। ਭਇਓ ਮੇਲ ਸੰਗਤ ਕੋ ਭਾਰੋ, ਭਾਈ ਸੰਗਤਾਂ ਦਾ ਬੜਾ ਭਾਰੀ ਜੋੜ ਮੇਲਾ ਜੁੜ ਗਿਆ। ਜਥਾ ਸਖਤ ਲੈ ਆਵਹਿ ਕਾਰੋ, ਤੋ ਜਿਵੇਂ ਕਿਸੇ ਸਮਰੱਥਾ ਹੈ ਉਹ ਕਾਰ ਗੁਰੂ ਘਰ ਦੀ ਲੈ ਕੇ ਆਉਂਦੇ ਦਸਵੰਧ ਦੀ। ਦਰਸ਼ਨ ਹੇਤ ਚੌਪ ਚਿਤ ਧਾਰੇ, ਤੇ ਮੇਰੇ ਸਤਿਗੁਰਾਂ ਦੇ ਦਰਸ਼ਨ ਵਾਸਤੇ ਚਿੱਤ ਦਾ ਉਤਸ਼ਾਹ ਕਰਕੇ ਆਉਂਦੇ ਹਨ। ਸੇਵਾ ਠਾਨਹਿ ਗੁਰੂ ਅਗਾਰੇ, ਧੰਨ ਮੇਰੇ ਸਤਿਗੁਰਾਂ ਦੇ ਆਣ ਕੇ ਚਰਨਾਂ ਵਿੱਚ ਸੇਵਾ ਕਰਦੇ ਨੇ ਪ੍ਰੇਮੀ।
ਮਿਲ ਗੁਰ ਪਗ ਕੋ ਬੰਧਨ ਠਾਨ ਹੈ। ਮੇਰੇ ਸਤਿਗੁਰੂ ਨੂੰ ਮਿਲ ਕਰਕੇ ਚਰਨਾਂ ਤੇ ਨਮਸਕਾਰ ਕਰਦੇ ਨੇ। ਧਰਹਿ ਭਾਉ ਆਪਣੋ ਹਿਤ ਜਨ ਹੈ। ਆਪਣਾ ਪ੍ਰੇਮ ਜਾਣ ਕਰਕੇ ਭਾਵਨਾ ਧਾਰਨ ਕਰਦੇ ਹਨ ਗੁਰੂ ਚਰਨਾਂ ਤੇ। ਸ੍ਰੀ ਗੁਰ ਨੇ ਸੁਭ ਦਿਵਸ ਨਿਹਾਰਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੁੰਦਰ ਸਮਾਂ ਵਿਚਾਰਿਆ ਹੈ। ਨਿਕਸੇ ਬਾਹਰ ਆਨੰਦ ਉਦਾਰਾ। ਮੇਰੇ ਸਤਿਗੁਰੂ ਜੀ ਆਸਣ ਤੋਂ ਬਾਹਰ ਭਾਰੀ ਆਨੰਦ ਦੇ ਸਹਿਤ ਆਏ ਹਨ। ਸਭ ਸੰਗਤ ਕੋ ਸੰਗ ਸੋ ਲੀਨ। ਸਾਰੀਆਂ ਸੰਗਤਾਂ ਨੂੰ ਨਾਲ ਲਿਆ ਸਤਿਗੁਰਾਂ ਨੇ। ਬਹੁ ਮਿਸ਼ਟਾਨ ਮਗਾਵਨ ਕੀਨ। ਬਹੁਤ ਸਾਰਾ ਮਿੱਠਾ ਪ੍ਰਸ਼ਾਦ ਮੰਗਾ ਲਿਆ ਸਤਿਗੁਰਾਂ। ਥਲ ਸੁੰਦਰ ਪਿਖ ਪਾਸ ਵਿਪਾਸਾ। ਇਸ ਪ੍ਰਕਾਰ ਬਿਆਸਾ ਨਦੀ ਦੇ ਨੇੜੇ ਸੋਹਣਾ ਸੁੰਦਰ ਸਥਾਨ ਜਾਣਿਆ ਸਤਿਗੁਰਾਂ ਨੇ। ਢਿਗਪੁਰ ਗੋਇੰਦਵਾਲ ਪ੍ਰਕਾਸ਼ਾ। ਇਸ ਪ੍ਰਕਾਰ ਗੋਇੰਦਵਾਲ ਸਾਹਿਬ ਦੀ ਨਗਰੀ ਦੇ ਨੇੜੇ ਪ੍ਰਗਟ ਕੀਤਾ ਸਥਾਨ ਮੇਰੇ ਸਤਿਗੁਰਾਂ। ਮੰਦ ਮੰਦ ਪਦ ਸੁੰਦਰ ਧਰਹੀ। ਹੌਲੀ ਹੌਲੀ ਸੋਹਣੇ ਸੁੰਦਰ ਚਰਨ ਟਿਕਾਉਂਦੇ ਸਤਿਗੁਰੂ ਜੀ। ਸੰਗ ਸੰਗਤਾਂ ਭੀਰ ਨਿਹਾਰਹੀ। ਤੋ ਸੰਗਤਾਂ ਦੀ ਭੀੜ ਨਾਲ ਦੇਖ ਰਹੇ ਹਨ। ਸੁਥਲ ਜਾਨ ਗੁਰ ਸਥਿਤ ਭਏ। ਸੋਹਣੀ ਜਗ੍ਹਾ ਜਾਣ ਕਰਕੇ ਮੇਰੇ ਸਤਿਗੁਰੂ ਜੀ ਟਿਕ ਗਏ ਹਨ। ਟਕ ਲਾਵਨ ਕੀ ਆਇਸ ਦਏ। ਤੇ ਹਜੂਰ ਜੀ ਨੇ ਹੁਕਮ ਕੀਤਾ, ਭਾਈ ਅਰਦਾਸਾ ਕਰਕੇ ਇੱਥੇ ਤੀਰਥ ਦਾ ਟੱਕ ਲਾ ਦਿਓ, ਇੱਥੇ ਸ਼ੁਰੂਆਤ ਕਰ ਦਿਓ। ਬਾਬੇ ਬੁੱਢੇ ਪ੍ਰਥਮ ਕਹੀ ਕਰ ਗਹੀ। ਤੋ ਬਾਬਾ ਬੁੱਢਾ ਸਾਹਿਬ ਨੇ ਸਭ ਤੋਂ ਪਹਿਲਾਂ ਕਹੀ ਫੜੀ ਹੈ, ਪਰਮ ਸਿੱਖ ਗੁਰੂ ਨਾਨਕ ਸਾਹਿਬ ਦੇ ਪਿਆਰੇ। ਜਹ ਗੁਰ ਕਹੀ ਤਿਰ ਤੀਰਥ ਕਰ ਸਹੀ। ਜਿੱਥੇ ਗੁਰੂ ਸਾਹਿਬ ਨੇ ਹੁਕਮ ਕੀਤਾ ਸਹੀ ਨਿਸ਼ਚੈ ਕਰਕੇ ਵੀ ਇੱਥੇ ਤੀਰਥ ਬਣਨਾ ਬਾਬਾ ਜੀ, ਇੱਥੇ ਟੱਪ ਲਾਓ। ਉੱਥੇ ਸ਼ੁਰੂਆਤ ਕੀਤੀ ਬਾਬਾ ਜੀ ਨੇ ਕਹੀ ਫੜ ਕੇ। ਤਹ ਤੇ ਮਾਟੀ ਲੀਨ ਉਪਾਟੀ। ਬਾਬਾ ਜੀ ਜੱਟ ਸਨ, ਮਿੱਟੀ ਪੱਟ ਲਈ, ਟੋਕਰਾ ਭਰ ਲਿਆ। ਭਰੀ ਟੋਕਰੀ ਸਿਰ ਤਰ ਸਾਟੀ। ਤੋ ਆਪਣੇ ਸਿਰ ਤੇ ਰੱਖ ਕਰਕੇ ਜਾ ਕੇ ਦੂਰ ਸੁੱਟ ਦਿੱਤੀ ਹੈ। ਬਹੁਰੋ ਸਕਲ ਸਿੱਖ ਲੱਗ ਪਰੇ। ਮੁੜ ਕੇ ਫਿਰ ਭਾਈ ਸਭ ਸਿੱਖ ਸੰਗਤਾਂ ਲੱਗ ਪਈਆਂ ਹਨ। ਧਰੇ ਚੌਂਪ ਸੇਵਾ ਹਿਤ ਕਰੇ। ਤੋ ਬੜਾ ਭਾਰੀ ਚਾਅ ਕੀਤਾ ਸੇਵਾ ਵਾਸਤੇ। ਸਤਿਗੁਰ ਖਰੇ ਕਰਾਵਤ ਕਾਰ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕੋਲ ਖੜੋ ਕੇ ਕਾਰ ਕਰਾਉਂਦੇ, ਦੱਸ ਕੇ ਭਾਈ ਕਿੱਧਰ ਨੂੰ ਪੁੱਟਣਾ ਹੈ। ਸੰਗਤ ਕਰਤ ਚੌਂਪ ਹਿਤ ਧਾਰ। ਬੜਾ ਪ੍ਰੇਮ ਧਾਰ ਕਰਕੇ ਸੰਗਤਾਂ ਚਾਉ ਕਰਦੀਆਂ ਹਨ। ਜਹ ਕਹਿ ਪਸਰ ਗਇਓ ਬਰਤੰਤੂ। ਜਿੱਥੇ ਕਿੱਥੇ ਕਹਿੰਦੇ ਇਹ ਪ੍ਰਸੰਗ ਜਿਹੜਾ ਸੀ ਨਾ ਪ੍ਰਗਟ ਹੋ ਗਿਆ। ਤੀਰਥ ਰਚਿਓ ਗੁਰੂ ਭਗਵੰਤੂ। ਤੋ ਇਸ ਪ੍ਰਕਾਰ ਪਰਮੇਸ਼ਵਰ ਦਾ ਰੂਪ ਸਤਿਗੁਰਾਂ ਨੇ ਭਾਈ ਤੀਰਥ ਰਚਣਾ ਸ਼ੁਰੂ ਕਰ ਦਿੱਤਾ ਹੈ ਗੋਇੰਦਵਾਲ ਸਾਹਿਬ ਵਿੱਚ। ਇਹ ਸਭ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਵਿੱਚ ਪ੍ਰਗਟ ਹੋ ਗਿਆ ਦੇਸ਼ਾਂ ਇਲਾਕਿਆਂ 'ਚ। ਨਿਜ ਘਰ ਤੇ ਕਹੀਆਂ ਬਹੁ ਲਿਆਵ ਹੈ। ਇਹ ਸੰਗਤਾਂ ਭਾਈ ਹੁਣ ਘਰੋਂ ਹੀ ਕਈਆਂ ਟੋਕਰੀਆਂ ਲੈ ਕੇ ਹੀ ਆਉਂਦੇ ਪਈ ਸੇਵਾ ਕਰਨੀ ਜਾ ਕੇ। ਸਿਰ ਪਰ ਧਰੇ ਟੋਕਰੇ ਆਵਹਿ। ਤੋ ਟੋਕਰੇ ਧਰ ਕੇ ਸਿਰਾਂ ਤੇ ਮੋਢਿਆਂ ਤੇ ਕਈਆਂ ਰੱਖ ਕੇ ਸੰਗਤਾਂ ਤੁਰੀਆਂ ਆਉਂਦੀਆਂ ਪਹਿਲਾਂ ਜਥਿਆਂ ਦੇ ਜਥੇ। ਜਿਉਂ ਜਿਉਂ ਸੇਵ ਕਰਹਿ ਧਾਰ ਭਾਉ। ਜਿਵੇਂ ਜਿਵੇਂ ਭਾਵਨਾ ਧਾਰ ਕਰਕੇ ਸੇਵਾ ਕਰਦੇ ਹਨ ਬੌਲੀ ਸਾਹਿਬ ਦੀ, ਤਿਉਂ ਤਿਉਂ ਸਤਿਗੁਰ ਹੋਤ ਪਸਾਉ। ਤਿਵੇਂ ਤਿਵੇਂ ਮੇਰੇ ਸਤਿਗੁਰੂ ਜੀ ਸੰਗਤਾਂ ਦੇ ਖੁਸ਼ੀ ਕਰਦੇ, ਪ੍ਰਸੰਨ ਹੁੰਦੇ ਆ। ਨਿਤ ਪ੍ਰਤ ਕਰਤਕਾਰ ਨਰ ਬ੍ਰਿੰਦ। ਬਹੁਤ ਸਾਰੇ ਲੋਕ ਭਾਈ ਹੁਣ ਰੋਜ਼ਾਨਾ ਹੀ ਨਿਯਮ ਬਣ ਗਿਆ, ਸੋ ਕਾਰ ਸੇਵਾ ਕਰਦੇ ਹਨ ਬੌਲੀ ਸਾਹਿਬ ਦੀ। ਕੱਢ ਹੈ ਮਾਟੀ ਖੋਦ ਬਲਿੰਦ। ਤੋ ਪਟ ਪਟ ਕਰਕੇ ਮਿੱਟੀ ਜਿਹੜੀ ਉਹਦਾ ਪਾੜ ਪੱਟਦੇ ਹਨ, ਮਿੱਟੀ ਕੱਢਦੇ ਹਨ ਬਾਹਰ। ਸੰਗਤ ਕਾਰ ਕਰਤ ਤਹ ਜੇਤੀ। ਜਿਤਨੀ ਸੰਗਤ ਕਹਿੰਦੇ ਕਾਰ ਸੇਵਾ ਕਰ ਰਹੀ ਆ ਉੱਥੇ। ਅਚਹਿ ਦੇਗ ਤੇ ਭੋਜਨ ਤੇਤੀ। ਤੇ ਸਾਰੀ ਸੰਗਤ ਗੁਰੂ ਦੇ ਲੰਗਰ ਵਿੱਚੋਂ ਭੋਜਨ ਛਕਦੀ ਹੈ। ਲੱਗਹਿ ਮਿਹਨਤੀ ਗਨ ਜੇ ਆਏ। ਬਹੁਤ ਸਾਰੇ ਮਿਹਨਤੀ ਲੋਕ ਵੀ ਆਣ ਕਰਕੇ ਲੱਗ ਗਏ ਹਨ। ਸੋ ਦੋਏ ਟਕੇ ਦਿਹਾੜੀ ਪਾਏ। ਤੇ ਉਹਨਾਂ ਨੂੰ ਜਿਹੜੇ ਮਿਹਨਤੀ ਲੋਕ ਮਜ਼ਦੂਰ ਲੱਗੇ ਨੇ 2 ਟਕੇ ਦਿਹਾੜੀ। ਇਹ ਹੁਣ ਅਸੀਂ ਪੁਰਾਣੀ ਕਰੰਸੀ, ਹੁਣ ਅੱਜ ਕੱਲ੍ਹ ਤਾਂ ਸੋ ਜਿਹੜੀ ਕਰੰਸੀ ਆ ਭਈ ਉਹ ਆ ਗਈ ਹੈ। ਸੋ ਇਸ ਪ੍ਰਕਾਰ ਛੋਟੇ ਪੈਸਿਆਂ ਦੇ ਵਿੱਚ ਭਈ 100 ਪੈਸੇ ਦਾ ਰੁਪਈਆ। ਤਾਂ ਪਹਿਲਾਂ ਰੁਪਈਆ ਕਹਿੰਦੇ 16 ਆਨੇ, ਗੱਲ ਆਮ ਹੈ ਵੀ ਆ 16 ਆਨੇ ਗੱਲ ਹੈ, ਪੂਰਾ ਰੁਪਈਆ 16 ਆਨੇ ਹੁੰਦੇ ਸੀ। ਇੱਕ ਆਨੇ 'ਚ 4 ਪੈਸੇ ਹੁੰਦੇ ਸੀ ਤੇ 2 ਪੈਸਿਆਂ ਦਾ ਇੱਕ ਟਕਾ ਹੁੰਦਾ ਸੀ। ਤੇ ਤੁਸੀਂ ਦੇਖ ਲਓ ਵੀ ਸਾਰਾ ਦਿਨ ਕਈ ਦੀ ਮਿਹਨਤ ਕਰਨੀ ਤੇ 2 ਟਕੇ ਇੱਕ ਆਨਾ ਦਿਹਾੜੀ ਮਿਲਦੀ ਸੀ। ਔਰ ਇੱਕ ਆਨੇ ਦੇ ਵਿੱਚ ਉਹਨਾਂ ਦਾ ਪਰਿਵਾਰ ਬੜਾ ਸੌਖਾ ਪਲਦਾ ਸੀ। ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੀ ਕਰੰਸੀ ਸੀ ਤੇ ਇਹੋ ਜਿਹੇ ਭਲੇ ਸਮੇਂ ਸੀ। ਜਦੋਂ ਬੌਲੀ ਸਾਹਿਬ ਦੀ ਸੇਵਾ ਕੀਤੀ ਹੈ, ਭਾਈ ਸਾਹਿਬ ਕਹਿੰਦੇ ਵੀ 2 ਟਕੇ ਦਿਹਾੜੀ ਮਿਲਦੀ ਸੀ ਮਜ਼ਦੂਰ ਨੂੰ। ਲੰਗਰ ਤੇ ਆਹਾਰ ਮਨ ਭਾਵਤ। ਤੇ ਮਨ ਭਾਉਂਦਾ ਭੋਜਨ ਛਕੇ, ਲੰਗਰ ਦੇ ਵਿੱਚੋਂ ਸੇਵਾ ਕਰੇ। ਤੇ ਲੈ ਕਰ ਸੋ ਪੀ ਤਹ ਤੇ ਖਾਵਤ। ਤੇ ਜਿਹੜੇ ਉਸ ਇਹ ਨਹੀਂ ਵੀ ਇਹ ਤੇ ਦਿਹਾੜੀਦਾਰ ਨੇ ਤੇ ਇਹਨਾਂ ਨੂੰ ਕਾਹਦਾ ਲੰਗਰ ਦੇਣਾ। ਉਹ ਸੰਗਤਾਂ ਦੇ ਵਿੱਚ ਲੰਗਰ ਬਰਾਬਰ ਛਕਦੇ ਨੇ ਤੇ ਮਜ਼ਦੂਰੀ ਕਰਦੇ ਨੇ। ਸੋ ਇਸ ਪ੍ਰਕਾਰ ਤੇ 2 ਟਕੇ ਦਿਹਾੜੀ ਉਹਨਾਂ ਨੂੰ ਮਿਲਦੀ ਹੈ ਇੱਕ ਆਨਾ। ਦੇਗ ਵਿਸਾਲ ਹੋਣ ਤਬ ਲਾਗੀ। ਬੜੀ ਭਾਰੀ ਇਸ ਪ੍ਰਕਾਰ ਵਿਸ਼ਾਲ ਦੇਗ ਹੋਣ ਲੱਗੀ। ਉਹ ਜਿਸ ਵੇਲੇ ਹੁਣ 16 ਤੇ ਆਨੇ ਸੀ, ਸੋ ਉਹ ਰੁਪਈਏ ਦੇ ਆਨੇ ਤੇ 16 ਹੀ ਗਿਣੇ ਜਾਂਦੇ ਸੀ। ਤੇ ਇਹਨਾਂ ਨੇ ਕਰਤੇ ਪੈਸੇ 100।
ਕੋਈ 100 ਪੈਸੇ ਦਾ ਰੁਪਈਆ। ਅਸੀਂ ਚੌਥੀ ਜਮਾਤ 'ਚ ਪੜ੍ਹਦੇ ਸੀ, ਜਦੋਂ ਸਾਡੇ ਟੀਚਰਾਂ ਨੇ ਲਿਆਣ ਕੇ ਨਾ ਦੁੱਕੀਆਂ 2-2 ਪੈਸੇ ਸਾਨੂੰ ਚਵਾਨੀ ਦੀ ਦਿੱਤੀਆਂ ਵੀ 1 ਪੈਸਾ ਬਚ ਜਾਂਦਾ। 12 ਦੁੱਕੀਆਂ ਦੇਣੀ ਲੈ ਵੀ ਤੇਰੀ ਚਵਾਨੀ ਬਣ ਗਈ, 1 ਪੈਸਾ ਉਹਨੂੰ ਬਚ ਜਾਣਾ। ਇੱਦਾਂ ਲਿਆਣ ਕੇ ਇਹ ਮੈਨੂੰ ਯਾਦ ਹੈ ਵੀ ਚੌਥੀ ਜਮਾਤ ਵਿੱਚ ਜਦੋਂ ਫਿਰ ਇਹ ਸ਼ੁਰੂ ਕੀਤਾ ਸੀਗਾ, ਕਰੰਸੀ ਬਦਲੀ ਸੀਗੀ। ਤੋ ਫਿਰ ਜਿਹੜੇ 100 ਪੈਸੇ ਦਾ ਰੁਪਈਆ ਤੇ ਫਿਰ ਆਨਾ 6 ਪੈਸੇ ਦਾ ਆਪੇ ਹੋ ਗਿਆ, 1696, 4 ਪੈਸੇ ਫਿਰ ਵੀ ਬਚਦੇ ਸੀ। ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜੀ ਸੀ ਸੋ ਪੁਰਾਣੀ ਕਰੰਸੀ, ਕਿਉਂ ਉਹਨਾਂ ਸਮਿਆਂ ਦੀ ਗੱਲ ਕਵੀ ਜੀ ਉਸ ਤਰੀਕੇ ਨਾਲ ਲਿਖ ਰਹੇ ਹਨ। ਅੰਨ ਹੈ ਅੰਨ ਸਿੱਖ ਵੱਡ ਭਾਗੀ, ਵੱਡੇ ਭਾਗਾਂ ਵਾਲੇ ਗੁਰਸਿੱਖ ਭਾਈ ਗੁਰੂ ਦੀ ਬਖਸ਼ੀ ਦਾ ਅੰਨ ਵੀ ਲਿਆਣ ਕੇ ਲੰਗਰ ਚ ਪਾਉਂਦੇ ਆ। ਕੇਤਕ ਦਾਸ ਦਰਬ ਲੈ ਆਏ, ਤੇ ਕਈ ਸੇਵਕ ਕਹਿੰਦੇ ਵੀ ਆਪਾਂ ਹੱਥੀਂ ਤੇ ਸੇਵਾ ਕਰ ਨਹੀਂ ਸਕਦੇ, ਸਰੀਰ ਨਹੀਂ ਸੇਵਾ ਕਰਨ ਵਾਲਾ, ਉਹ ਫਿਰ ਪੈਸੇ ਲਿਆਉਂਦੇ ਨਾਲ ਵੀ ਸੇਵਾ ਕਰਾਉਣੀ, ਮਜ਼ਦੂਰ ਲਾ ਦਿਆਂਗੇ। ਬੈਠ ਮਿਹਨਤੀ ਦੇਤ ਲਗਾਏ, ਬੈਠ ਕਰਕੇ ਮਜ਼ਦੂਰ ਲਾ ਦਿੰਦੇ ਨੇ ਪੈਸੇ ਦੇ ਕੇ। ਰਹਿ ਬਾਬਲੀ ਥਲ ਵੱਡ ਭੀਰ, ਤੋ ਇਉਂ ਵੱਡੀ ਭਾਰੀ ਭੀੜ ਸੰਗਤਾਂ ਦੀ ਬੌਲੀ ਸਾਹਿਬ ਸਥਾਨ ਤੇ ਲੱਗਣੀ ਸ਼ੁਰੂ ਹੋ ਗਈ। ਕਬ ਕਬ ਸਤਿਗੁਰ ਬੈਠੇ ਹੈ ਤੀਰ, ਕਦੇ ਕਦੇ ਬੌਲੀ ਸਾਹਿਬ ਦੇ ਕਿਨਾਰੇ ਤੇ ਆਣ ਕੇ ਗੁਰੂ ਸਾਹਿਬ ਬੈਠ ਜਾਂਦੇ, ਸੇਵਾ ਦੇਖਦੇ ਹਨ। ਤਨ ਤੇ ਸੇਵਹਿ ਗੁਰ ਕੋ, ਤੋ ਭਾਈ ਕੋਈ ਤਨ ਦੇ ਨਾਲ ਕੋਈ ਧਨ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕਰ ਰਿਹਾ ਹੈ। ਪ੍ਰੇਮ ਕਰਹਿ ਦੀਰਘ ਨਰ ਉਰ ਕੋ, ਬੜਾ ਭਾਰੀ ਸੋ ਪ੍ਰੇਮ ਕਰਦੇ ਨੇ ਭਾਈ ਮਨੁੱਖ, ਗੁਰੂ ਸਾਹਿਬ ਦੀ ਸੇਵਾ ਕਰਦੇ ਹਨ। ਸੋ ਬੌਲੀ ਸਾਹਿਬ ਦਾ ਜਿਸ ਵੇਲੇ ਪ੍ਰਵੇਸ਼ ਕਰੀਦਾ ਨਾ ਉਹਨਾਂ ਬੌਲੀ ਸਾਹਿਬ ਦੇ ਦੁਆਰ ਤੇ, ਉਹਦੇ ਬਾਹਰ ਇੱਕ ਸੋ ਸੰਗਮਰਮਰ ਦਾ ਸੋ ਮੰਜੀ ਸਾਹਿਬ ਬਣਿਆ ਹੋਇਆ ਹੈ ਸੱਜੇ ਪਾਸੇ। ਮਹਾਂਪੁਰਖਾਂ ਨਾਲ ਜਦੋਂ ਦਰਸ਼ਨ ਕੀਤੇ ਸੀ, ਤੱਕਿਆ ਸੀ, ਤੇ ਉਹ ਇਸੇ ਯਾਦ ਵਿੱਚ ਆ ਵੀ ਇੱਥੇ ਬੈਠ ਕੇ ਮੇਰੇ ਸਤਿਗੁਰੂ ਅਮਰਦਾਸ ਜੀ ਸੇਵਾ ਕਰਾਇਆ ਕਰਦੇ ਸਨ। ਔਰ ਤੱਕਣ ਵਾਲੀ ਗੱਲ ਹੈ ਕਿ ਜਿੱਥੋਂ ਪੌੜੀਆਂ ਸ਼ੁਰੂ ਹੁੰਦੀਆਂ, ਪਹਿਲੀ ਪੌੜੀ ਜਿਹੜੀ ਹੈ ਨਾ, ਉਸ ਪੌੜੀ ਦੇ ਇੱਕ ਛੋਟਾ ਜਿਹਾ ਚੌਂਤਰਾ ਬਣਿਆ ਤੇ ਉਹਦੇ ਤੇ ਚਾਂਦੀ ਦਾ ਪੱਤਰਾ ਚੜਿਆ ਹੋਇਆ। ਜਦੋਂ ਕਿਤੇ ਦਰਸ਼ਨ ਕਰਨੇ ਹੁਣ ਤੱਕ ਲੈਣਾ, ਇਹ ਅਸੀਂ ਤੱਕਿਆ ਹੈ, ਮਹਾਂਪੁਰਖਾਂ ਨੇ ਇਹਦਾ ਨਿਰਣਾ ਕੀਤਾ ਹੈ। ਜਿੱਥੇ ਉਹ ਚਾਂਦੀ ਦਾ ਪੱਤਰਾ ਲੱਗਾ ਨਾ, ਉੱਥੇ ਰਾਮਦਾਸ ਮਹਾਰਾਜ ਨੂੰ ਹੁਕਮ ਕੀਤਾ। ਜਦੋਂ ਸੰਗਤਾਂ ਨੇ ਪੁੱਛਿਆ ਮਹਾਰਾਜ ਭਈ ਗੁਰੂ ਘਰ ਦੇ ਸੇਵਕ ਦੋਨੋਂ ਹੀ ਭਾਈ ਰਾਮਾ ਜੀ ਤੇ ਰਾਮਦਾਸ ਜੀ, ਦੋਨੋਂ ਬੇਟੀਆਂ ਮਹਾਰਾਜ ਦੀਆਂ ਸ਼ਾਦੀ ਕੀਤੀ ਹੋਈ ਸੀ, ਭਈ ਸੇਵਾ ਦੋਨੋਂ ਹੀ ਪ੍ਰੇਮ ਨਾਲ ਕਰਦੇ ਹੈ, ਤੇ ਮਹਾਰਾਜ ਵੀ ਤੁਹਾਡੀ ਬਖਸ਼ਿਸ਼ ਤਾਂ ਇੱਕ ਤੇ ਹੋਵੇਗੀ, ਤੇ ਸਾਨੂੰ ਕੀ ਨਿਸ਼ਚਾ ਹੋਵੇ ਵੀ ਕਿਹਦੇ ਤੇ ਕਿਰਪਾ ਹੋਣੀ ਹੈ। ਮਹਾਰਾਜ ਕਹਿੰਦੇ ਨਿਰਣਾ ਤੁਸੀਂ ਕਰ ਲੈ। ਫਿਰ ਇਹ ਪਰਖ ਰਚੀ ਸੀ ਮਹਾਰਾਜ ਨੇ। ਰਾਮਦਾਸ ਜੀ ਨੂੰ ਜਿੱਥੇ ਚਾਂਦੀ ਦਾ ਪੱਤਰਾ ਲੱਗਿਆ, ਉੱਥੇ ਥੜਾ ਬਣਾਉਣ ਦਾ ਆਗਿਆ ਕੀਤੀ ਸੀ। ਪੁਰਖਾ ਸਾਡੇ ਬਹਿਣ ਵਾਸਤੇ ਥੜਾ ਬਣਾ, ਅਸੀਂ ਇੱਥੇ ਬੈਠਿਆ ਕਰਨਾ। ਤੇ ਜਿਹੜਾ ਸੀ ਰਾਮਾ ਸੀ, ਉਸ ਨੂੰ ਹੁਕਮ ਕੀਤਾ ਵੀ ਜਿੱਥੇ ਬੌਲੀ ਸਾਹਿਬ ਜੀ ਦਾ ਮਹਿਲ ਜਿਹੜਾ ਉਸਰਦਾ ਸੀ, ਉਹਦੇ ਕੋਲ ਉੱਥੇ ਹੁਕਮ ਕੀਤਾ ਵੀ ਮਹਿਲ ਦੇ ਨੇੜੇ ਤੁਸੀਂ ਇੱਧਰ ਬੌਲੀ ਸਾਹਿਬ ਦੀਆਂ ਪੌੜੀਆਂ, ਉਧਰ ਮਹਿਲ ਜਿੱਥੋਂ ਉਛਰਦਾ ਸੀ ਖੂਹ ਦਾ, ਉੱਥੇ ਉਹਨੂੰ ਕਿ ਤੂੰ ਇੱਥੇ ਥੜਾ ਬਣਾਇਆ ਸੀ, ਇੱਥੋਂ ਭਾਈ ਦਰਸ਼ਨ ਆਪਣੇ ਦਰਸ਼ਨ ਸੰਗਤਾਂ ਨੂੰ ਦਿਆ ਕਰਨੇ, ਸੇਵਾ ਦੇਖਣੀ ਹੈ। ਇਹ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਇਹ ਪਰਖ ਸ਼ੁਰੂ ਕੀਤੀ, ਤੇ ਪਹਿਲੇ ਦਿਨ ਸੋ ਹੁਕਮ ਕੀਤਾ ਥੜੇ। ਮਹਾਰਾਜ ਕਹਿੰਦੇ ਵੀ ਤੁਸੀਂ ਆਪ ਆਪਣੀ ਸੋਟੀ ਦਾ ਸਾਨੂੰ ਲਕੀਰ ਖਿੱਚ ਦਿਓ, ਜਿੱਡਾ ਕੁ ਥੜਾ ਓਡਾ ਕੁ ਬਣਾਈ। ਲਕੀਰ ਖਿੱਚ ਦਿੱਤੀ, ਹੁਣ ਦੋਨੋਂ ਹੀ ਬਣਾਉਣ ਲੱਗ ਪਏ। ਤੇ ਜਿਸ ਵੇਲੇ ਸ਼ਾਮ ਨੂੰ ਗੁਰੂ ਸਾਹਿਬ ਗਏ ਨੇ, ਕਿਉਂ ਵੀ ਥੜੇ ਬਣ ਗਏ, ਹਾਂ ਮਹਾਰਾਜ ਜੀ ਬਣ ਗਏ। ਮਹਾਰਾਜ ਨੇ ਤੱਕਿਆ ਜਾ ਕਰਕੇ, ਤੋ ਰਾਮੇ ਨੂੰ ਕਿਹਾ ਭਾਈ ਸਾਡੀ ਪਸੰਦ ਦਾ ਥੜਾ ਨਹੀਂ, ਇਹਨੂੰ ਢਾ ਦੇ। ਕਹਿੰਦਾ ਜੀ ਠੀਕ ਹੈ। ਰਾਮਦਾਸ ਜੀ ਜਿੱਥੇ ਬਣਾਉਂਦੇ ਸੀ, ਉੱਥੇ ਹੁਕਮ ਕੀਤਾ, ਰਾਮਦਾਸ ਸਾਡੇ ਪਸੰਦ ਨਹੀਂ, ਇਹ ਥੜਾ ਢਾ ਦੇ। ਢਾ ਦਿੱਤਾ। ਦੂਜੇ ਦਿਨ ਫਿਰ ਹਜੂਰ ਪਾਸ਼ਾ ਕਹਿੰਦੇ ਬਣਾਓ ਥੜੇ, ਵਧੀਆ ਬਣਾਓ। ਸਤ ਬਚਨ ਜੀ ਮਹਾਰਾਜ ਸਾਨੂੰ ਤੁਸੀਂ ਨਕਸ਼ਾ ਬਣਾ ਦਿਓ, ਲਕੀਰ ਖਿੱਚ ਦਿਓ। ਦੂਜੇ ਦਿਨ ਬਣਾਏ, ਸ਼ਾਮ ਨੂੰ ਹੁਕਮ ਕੀਤਾ ਢਾ ਦਿਓ, ਢਾ ਦਿੱਤੇ। ਤੀਜੇ ਦਿਨ ਫਿਰ ਜਦੋਂ ਤੀਜੇ ਦਿਨ ਭਾਈ ਰਾਮੇ ਨੂੰ ਕਿਹਾ ਨਾ ਵੀ ਢਾ ਦੇ, ਕਹਿੰਦਾ ਮਹਾਰਾਜ ਤੁਸੀਂ ਬਹਿਣਾ ਹੀ ਆ ਨਾ, ਚੰਗਾ ਭਲਾ ਥੜਾ ਬਣਾਇਆ, ਤੁਸੀਂ ਬਣਾ ਦਿਓ, ਢਾ ਦਿਓ, ਬਣਾ ਦਿਓ, ਢਾ ਦਿਓ। ਤੁਸੀਂ ਜਿੱਦਾਂ ਦਾ ਨਕਸ਼ਾ ਦਿੱਤਾ ਸੀ ਉਦਾਂ ਦਾ ਤੇ ਬਣਾਇਆ ਮੈਂ। ਇਉਂ ਕਿੰਤੂ ਪਰੰਤੂ ਜੇ ਕਰਦੇ ਕਰਦੇ ਢਾ ਤੇ ਦਿੱਤਾ, ਪਰ ਚਿੜਚਿੜਾਪਨ ਮਨ ਵਿੱਚ ਆ ਗਿਆ। ਤੋ ਇਤਿਹਾਸ ਦੱਸਦਾ ਵੀ 9 ਵਾਰੀ ਮਹਾਰਾਜ ਨੇ ਥੜੇ ਬਣਵਾਏ, ਤੇ ਜਿਸ ਵੇਲੇ 9ਵੇਂ ਦਿਨ ਮਹਾਰਾਜ ਨੇ ਕਹਿਣਾ ਢਾ ਦਿਓ, ਤੇ ਰਾਮਾ ਆਕੜ ਗਿਆ। ਕਹਿੰਦਾ ਮਹਾਰਾਜ ਤੁਸੀਂ ਤਾਂ ਤੁਹਾਡੀ ਉਮਰ ਵਡੇਰੀ ਹੋ, ਤੁਹਾਨੂੰ ਚੇਤਾ ਨਹੀਂ, ਜਿੰਨੀ ਕਹਾਂ ਉਦਾਂ ਹੀ ਬਣਾਇਆ ਮੈਂ ਨਹੀਂ ਢਾਉਣਾ। ਜਦੋਂ ਰਾਮਦਾਸ ਮਹਾਰਾਜ ਨੂੰ ਕਿਹਾ ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਕਲਯੁਗੀ ਜੀਵ ਆ, ਭੁੱਲ ਜਾਂਦੇ ਆ, ਹੁਕਮ ਆਪ ਜੀ ਦਾ ਢਾ ਦੇਣੇ, ਠੀਕ ਹੈ। ਸਮੱਤ ਬਖਸ਼ੋ ਮਹਾਰਾਜ, ਭਈ ਸਾਨੂੰ ਤੁਹਾਡੇ ਹੁਕਮ ਨੂੰ ਮੰਨਣ ਦੀ ਸਾਨੂੰ ਜਾਂਚ ਆ ਜਾਵੇ, ਪਾਤਸ਼ਾਹ ਹੁਕਮ ਕਰੋ।
ਤੇ ਹਜੂਰ ਹੱਸ ਪਏ, ਕਹਿਣ ਲੱਗੇ ਸਾਧ ਸੰਗਤ ਜੀ ਹੁਣ ਆਪੇ ਹੀ ਦੇਖ ਲਓ ਵੀ ਕਿਹੜਾ ਅਧਿਕਾਰੀ ਹੈ, ਇਸ ਗੁਰੂ ਨਾਨਕ ਦੇ ਘਰ ਦੀ ਬਰਕਤ ਕਿਹਨੂੰ ਮਿਲੇਗੀ। ਤੇ ਉਹ ਨਿਸ਼ਾਨੀਆਂ ਨੇ ਉੱਥੇ ਜਿੱਥੇ ਮਹਾਰਾਜ ਬੈਠਿਆ ਕਰਦੇ ਸੀ, ਉੱਥੇ ਮੰਜੀ ਸਾਹਿਬ ਬਣਿਆ ਹੋਇਆ ਹੈ, ਤੇ ਉੱਥੇ ਜਿੱਥੇ ਪੱਤਰਾ ਲੱਗਾ ਹੈ ਉਹ ਪਰਖ ਦੀ ਨਿਸ਼ਾਨੀ ਆ ਵੀ ਗੁਰੂ ਰਾਮਦਾਸ ਮਹਾਰਾਜ ਦੀ ਇੱਥੇ ਥੜੇ ਬਣਾਉਣ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਵੀ ਅੱਗੇ ਵਾਸਤੇ ਸੇਵਾ ਸੰਭਾਲਣਗੇ। ਤੇ ਇਸ ਤਰੀਕੇ ਦੇ ਨਾਲ ਇਹ ਬੌਲੀ ਸਾਹਿਬ ਜੀ ਦੀ ਸੇਵਾ ਮੇਰੇ ਸਤਿਗੁਰੂ ਜੀ ਬੈਠ ਕਰਕੇ ਆਪ ਤੱਕਦੇ ਹਨ, ਤੇ ਇਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋ ਰਹੀ ਹੈ। ਪ੍ਰੇਮ ਕਰਹਿ ਦੀਰਘ ਨਰ ਔਰ ਕੋ। ਤੋ ਭਾਈ ਆਪਣੇ ਮਨ ਦਾ ਬੜਾ ਭਾਰੀ ਪਿਆਰ ਕਰਕੇ ਜਿਹੜੇ ਨੇ ਪ੍ਰੇਮੀ ਉਹ ਸੇਵਾ ਕਰਦੇ ਹਨ। ਘਲ ਹੈ ਘਾਲ ਲਹਿ ਫਲ ਚਾਹ। ਤੋ ਭਾਈ ਮਨ ਭਾਉਂਦਾ ਫਲ ਪ੍ਰਾਪਤ ਕਰਦੇ ਨੇ ਜੋ ਘਾਲ ਸੇਵਾ ਕਰਦੇ ਪ੍ਰੇਮ ਸਹਿਤ। ਫਲਤ ਪਲਤ ਕੋ ਦੀਰਘ ਲਾਹ। ਤੋ ਕਹਿੰਦੇ ਉਹਨਾਂ ਨੂੰ ਲੋਕ ਤੇ ਪਰਲੋਕ ਦਾ ਵੱਡਾ ਹੀ ਲਾਭ ਪ੍ਰਾਪਤ ਹੁੰਦਾ ਹੈ। ਸੁਨ ਸੁਨ ਸੁਧ ਕੋ ਸਿੱਖ ਉਤਾਵਲਤ। ਤੋ ਉਤਲਾਵਤ ਕਹਿੰਦੇ ਸੁਣ ਸੁਣ ਕਰਕੇ ਖਬਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕੀਤੀਆਂ ਲਾਉਂਦੇ ਨੇ ਭਾਈ, ਤੀਰਥ ਬਣਾ ਰਹੇ ਨੇ। ਇਉਂ ਸੰਗਤਾਂ ਜਿਹੜੀਆਂ ਨੇ ਕਾਲੀ ਕਾਲੀ ਨਾਲ ਆਉਂਦੀਆਂ ਹਨ। ਕਰਤ ਚੌਂਪ ਚਿਤ ਤਿਸ ਥਲ ਆਵਤ। ਬੜਾ ਭਾਰੀ ਚਾਹ ਕਰਕੇ ਉਸ ਜਗ੍ਹਾ ਤੇ ਆਣ ਕੇ ਸੰਗਤਾਂ ਸੇਵਾ ਦਾ ਮਨ ਬਣਾ ਕੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਚੱਲ ਕੇ ਆਉਂਦੇ ਨੇ। ਇਉਂ ਮੇਰੇ ਧੰਨ ਸ਼ਹਿਨਸ਼ਾਹ ਪਿਤਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਗੁਰੂ ਪਾਤਸ਼ਾਹ ਜੀ ਦੇ ਘਰ ਦਾ ਪਹਿਲਾ ਤੀਰਥ ਹੈ ਜੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੋ ਆਰੰਭ ਕੀਤਾ ਹੈ। ਤੇ ਮੇਰੇ ਸਤਿਗੁਰੂ ਜੀ ਨੇ ਇਸ ਪਾਵਨ ਤੀਰਥ ਨੂੰ ਵਰਦਾਨ ਬਖਸ਼ੇ ਹਨ। ਸੋ ਅੱਗੇ ਇਤਿਹਾਸ ਸਾਰਾ ਜ਼ਿਕਰ ਆਵੇਗਾ, ਸਤਿਗੁਰੂ ਜੀ ਬਖਸ਼ਿਸ਼ ਕਰਨ। ਸੋ ਪ੍ਰੇਮ ਸਹਿਤ ਸਤਿਗੁਰਾਂ ਦੇ ਇਤਿਹਾਸ ਨੂੰ ਸਰਵਣ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਡਾ ਭਰੋਸਾ ਵੱਜੇ, ਜਿਹਦੇ ਸਦਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਵਿਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਘਲ ਹੈ ਘਾਲ ਲਹਿ ਫਲ ਚਾਹ। ਹਲਤ ਪਲਤ ਕੋ ਦੀਰਘ ਲਾਹ। ਸੁਨ ਸੁਨ ਸੁਧ ਕੋ ਸਿੱਖ ਉਤਲਾਵਤ। ਕਰਤ ਚੌਂਪ ਚਿਤ ਤਿਸ ਥਲ ਆਵਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।